ਰੇ ਗੁਰੂ ਸਵਾਰੇ ਸਤ ਸੰਗੀ ਜਨੋ। ਆਪਾਂ ਸਾਰੇ ਹੀ ਵੱਡਿਆਂ ਭਾਗਾਂ ਵਾਲੇ ਹਾਂ ਜੋ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲ ਕਰਨ ਦਾ ਯਤਨ ਕਰਦੇ ਪਏ ਹਾਂ। ਜਿਵੇਂ ਮਹਾਰਾਜ ਕਹਿੰਦੇ ਨੇ, ਥੋੜੇ ਤੋਂ ਥੋੜਾ ਸਮਾਂ ਵੀ ਤੂੰ ਕਿਤੇ ਸਤ ਸੰਗਤ ਦੇ ਵਿੱਚ ਬੈਠ ਕੇ ਤੇ ਕੁਝ ਧਾਰਮਿਕ ਇਨਸਾਨਾਂ ਦੇ ਨਾਲ, ਜਿਨ੍ਹਾਂ ਦੇ ਅੰਦਰ ਪ੍ਰਮਾਤਮਾ ਦੇ ਨਾਮ ਦੀਆਂ ਧੁਨਾਂ ਉੱਠਦੀਆਂ ਹੋਣ, ਉਹਨਾਂ ਦੇ ਨਾਲ ਵਿਚਾਰ ਸਾਂਝੇ ਕਰ ਲਵੇਂ ਤੇ ਤੇਰਾ ਜੀਵਨ ਸਫਲ ਹੈ। ਅੱਧੀ ਤੋਂ ਵੀ ਅੱਧੀ ਘੜੀ ਕੋਸ਼ਿਸ਼ ਕਰ, ਜਿੰਨਾ ਵੀ ਤੇਰੇ ਕੋਲ ਸਮਾਂ ਨਿਕਲਦਾ ਹੈ ਨਾ ਕੰਮ ਧੰਦਿਆਂ ਦੇ ਵਿੱਚੋਂ, ਤੇ ਉਨੀ ਅੱਧੀ ਘੜੀ ਦੇ ਵਿੱਚ ਤੂੰ ਸਤ ਸੰਗਤ ਦੇ ਵਿੱਚ ਬੈਠ ਕੇ ਪ੍ਰਮਾਤਮਾ ਜੀ ਦੀਆਂ ਗੱਲਾਂ ਵਿਚਾਰਾਂ ਸਰਵਣ ਕਰ। ਜਿਵੇਂ ਕਬੀਰ ਸਾਹਿਬ ਜੀ ਕਹਿੰਦੇ ਨੇ, ਕਬੀਰ ਏਕ ਘਰੀ ਆਦਿ ਕਰੀ ਆਦਿ ਹੂੰ ਤੇ ਆਦ, ਭਗਤਨ ਸੇਤੀ ਗੋਸ਼ਟੇ ਜੋ ਕੀਨੋ ਸੋ ਲਾਭ। ਗੋਸ਼ਟੇ ਦਾ ਅਰਥ ਹੁੰਦਾ ਹੈ ਵਿਚਾਰਾਂ ਕਰਨੀਆਂ। ਅੱਧੀ ਤੋਂ ਅੱਧੀ ਘੜੀ ਵੀ ਤੂੰ ਕਿਤੇ ਬੈਠ ਕੇ ਰੱਬੀ ਇਬਾਦਤ ਕਰਨ ਵਾਲਿਆਂ ਦੇ ਨਾਲ ਪ੍ਰਮਾਤਮਾ ਜੀ ਦੀਆਂ ਵਿਚਾਰਾਂ ਕਰ ਲਵੇਂ, ਗੱਲਾਂ ਕਰ ਲਵੇਂ ਨਾ, ਤੇ ਤੇਰੀ ਉਹ ਅੱਧੀ ਘੜੀ ਜਿਹੜੀ ਹੈ, ਅੱਧੀ ਤੋਂ ਵੀ ਅੱਧੀ ਘੜੀ ਜਿਹੜੀ ਹੈ ਉਹ ਤੇਰੀ ਸਫਲ ਹੈ। ਉਹਦੇ ਵਿੱਚ ਤੈਨੂੰ ਕੁਝ ਸਿੱਖਣ ਨੂੰ ਮਿਲ ਸਕਦਾ ਹੈ, ਤੈਨੂੰ ਸਿੱਖਣ ਨੂੰ ਮਿਲੇਗਾ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਹੜੇ ਅੰਮ੍ਰਿਤ ਵੇਲੇ ਦੀ ਮਹਾਨਤਾ ਦੱਸੀ ਹੈ ਕਿ ਇਹ ਅੰਮ੍ਰਿਤ ਵੇਲਾ ਇੱਕ ਵੱਤਰ ਦਾ ਸਮਾਂ ਹੈ, ਕਿ ਜਿਵੇਂ ਕਿਸਾਨ ਇੱਕ ਵੱਤਰ ਦੇ ਸਮੇਂ ਦੇ ਵਿੱਚ ਜ਼ਮੀਨ ਬੀਜ ਕੇ ਤੇ ਉਹਦੇ ਵਿੱਚੋਂ ਫਲ ਪ੍ਰਾਪਤ ਕਰ ਲੈਂਦਾ ਹੈ ਨਾ, ਇਵੇਂ ਅੰਮ੍ਰਿਤ ਵੇਲਾ ਇੱਕ ਵੱਤਰ ਦਾ ਸਮਾਂ ਹੈ ਕਿ ਇਸ ਸਮੇਂ ਦੇ ਵਿੱਚ ਜਿਸ ਇਨਸਾਨ ਨੇ ਵੀ ਆਪਣੇ ਅੰਦਰ ਪਰਮਾਤਮਾ ਜੀ ਦੇ ਧਾਰਮਿਕ ਨਾਮ ਦੀ ਖੇਤੀ ਦਾ ਬੀਜ ਬੀਜ ਲਿਆ, ਤੇ ਕਹਿੰਦੇ ਨੇ ਉਸ ਨੂੰ ਫਲ ਜਿਹੜਾ ਉਹ ਪ੍ਰਾਪਤ ਹੋਏਗਾ। ਅੱਜ ਦਾ ਜੋ ਸ਼ਬਦ ਹੈ, ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ, ਉਹਨਾਂ ਨੇ ਸਾਨੂੰ ਬਖਸ਼ਿਸ਼ ਕੀਤਾ ਹੈ, ਜੋ ਗੌੜੀ ਰਾਗ ਦੇ ਅੰਦਰ 52 ਅੱਖਰੀ ਜਿਹੜੀ ਬਾਣੀ ਹੈ, ਇਸ ਦੇ ਵਿੱਚ ਸਤਿਗੁਰੂ ਜੀ ਇਸ ਸ਼ਬਦ ਦੇ ਵਿੱਚ ਸਾਨੂੰ ਕੀ ਸਮਝਾਉਂਦੇ ਨੇ, ਆਪਾਂ ਵਿਚਾਰਨਾ ਹੈ। ਆਓ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰੀਏ ਤਾਂ ਕਿ ਗੁਰੂ ਦੀ ਦੱਸੀ ਹੋਈ ਵਿਚਾਰ, ਇਸ ਦੇ ਰਾਹੀਂ ਅਸੀਂ ਆਪਣੇ ਜੀਵਨ ਦਾ ਪਾਰ ਉਤਾਰਾ ਕਰ ਸਕੀਏ। ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਉਚਾਰਨ ਕਰੋ ਜੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਮਹਾਰਾਜ ਕਹਿੰਦੇ ਨੇ ਕਿ ਜਈਆ ਜਨਮ ਨਾ ਹਾਰੀਏ, ਗੁਰ ਪੂਰੇ ਕੀ ਟੇਕ, ਨਾਨਕ ਤੇ ਸੁਖ ਪਾਇਆ ਜਾ ਕੇ ਹੀਰੇ ਏਕ। ਕਿ ਉਸ ਇੱਕ ਅਕਾਲ ਪੁਰਖ ਪਰਮਾਤਮਾ ਨੂੰ ਜਿਸ ਮਨੁੱਖ ਨੇ ਹਿਰਦੇ ਦੇ ਵਿੱਚ ਵਸਾ ਲਿਆ ਨਾ, ਉਸ ਨੇ ਸੁਖ ਪ੍ਰਾਪਤ ਕੀਤਾ। ਜਿਸ ਦੇ ਹਿਰਦੇ ਦੇ ਵਿੱਚ ਇੱਕ ਅਕਾਲ ਪੁਰਖ ਪਰਮਾਤਮਾ ਵਸ ਗਿਆ, ਨਾਨਕ ਤੇ ਸੁਖ ਪਾਇਆ ਜਾ ਕੇ ਹੀਰੇ ਏਕ। ਇੱਕ ਅਕਾਲ ਪੁਰਖ ਪਰਮਾਤਮਾ ਜੀ ਦਾ ਨਾਮ ਟਿਕ ਗਿਆ, ਵਾਹਿਗੁਰੂ ਦਾ ਨਾਮ ਟਿਕ ਗਿਆ, ਉਸ ਮਨੁੱਖ ਨੇ ਸੁਖ ਪ੍ਰਾਪਤ ਕਰ ਲਿਆ। ਜਿਵੇਂ ਮਹਾਰਾਜ ਕਹਿੰਦੇ ਨੇ ਨਾ ਕਿ ਪਰਮਾਤਮਾ ਜੀ ਦੇ ਘਰ ਦੇ ਵਿੱਚ ਸਭ ਕੁਝ ਹੈ, ਹਰੇਕ ਵਸਤੂ ਹੈ ਪਰਮਾਤਮਾ ਦੇ ਘਰ ਦੇ ਵਿੱਚ, ਜੋ ਇਨਸਾਨ ਨੂੰ ਚਾਹੀਦੀ ਹੈ। ਉਹਦੇ ਕੋਲੋਂ ਸਾਡੀਆਂ ਇੱਛਾ ਪੂਰੀਆਂ ਹੋਣੀਆਂ ਨੇ। ਜਿਸ ਤਰੀਕੇ ਦੀ ਕੋਈ ਇੱਛਾ ਰੱਖਦਾ ਹੈ, ਉਵੇਂ ਦੀ ਇੱਛਾ ਉਸ ਦੀ ਪੂਰੀ ਕਰ ਦਿੰਦਾ ਹੈ ਵਾਹਿਗੁਰੂ। ਤੇ ਮਹਾਰਾਜ ਕਹਿੰਦੇ ਨੇ, ਕੋਈ ਦੁੱਧ ਮੰਗਣ ਵਾਲਾ ਹੈ, ਕੋਈ ਪੁੱਤ ਮੰਗਣ ਵਾਲਾ ਹੈ, ਤੇ ਕੋਈ ਘਰ ਦੇ ਵਿੱਚ ਵਸਤੂਆਂ ਮੰਗਣ ਵਾਲਾ ਹੈ, ਤੇ ਕੁਝ ਅਜਿਹੇ ਮਰਜ਼ੀ ਵੜੇ ਵੀ ਨੇ ਜਿਹੜੇ ਇੱਕ ਹੀ ਗੱਲ ਕਹਿੰਦੇ ਨੇ, ਪਰਮਾਤਮਾ ਤੇਰਾ ਨਾਮ ਸਾਨੂੰ ਮਿਲ ਜਾਵੇ। ਸਭ ਕੁਝ ਇਹਦੇ ਵਿੱਚ ਹੀ ਆ ਜਾਣਾ ਹੈ, ਸਭ ਕੁਝ ਇਹਦੇ ਵਿੱਚ ਹੀ ਹੈ। ਜੇ ਤੂੰ ਨਾਮ ਦੇ ਦੇਵੇ ਸਾਨੂੰ, ਨਾਮ ਦੀ ਦਾਤ ਜਿਹੜੀ ਹੈ ਉਹ ਬਖਸ਼ਿਸ਼ ਕਰ ਦੇਵੇ। ਸਤਿਗੁਰੂ ਜੀ ਕਹਿੰਦੇ ਨੇ ਨਾ, ਇੱਛਾ ਪੂਰਕ ਸਰਬ ਸੁਖ ਦਾਤਾ, ਹਰ ਜਾ ਕੇ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਏ ਮੇਰੇ ਜੀੜੇ, ਤਾਂ ਸਰਬ ਸੁਖ ਪਾਵੇ ਮੇਰੇ ਮਨਾ। ਸਾਰੇ ਸੁੱਖ ਪ੍ਰਾਪਤ ਹੋ ਜਾਣਗੇ। ਤੇ ਫਿਰ ਉਹ ਪਰਮਾਤਮਾ ਸੁੱਖ ਦੇ ਕੇ ਇਹ ਨਹੀਂ ਆਂਦਾ
ਕਿ ਤੈਨੂੰ ਇਹਦਾ ਵਿਆਜ ਜਾਂ ਮੂਲ ਮੋੜਨਾ ਪਏਗਾ। ਕਹਿੰਦੇ ਉਹ ਰੱਬ ਅਜਿਹਾ ਹੈ ਕਿ ਆਪਣੀਆਂ ਦਿੱਤੀਆਂ ਦਾਤਾਂ ਨੂੰ ਦੇਖ ਕੇ ਨਾ ਤਾਂ ਉਹ ਪਛਤਾਉਂਦਾ ਹੈ ਤੇ ਨਾ ਉਹ ਕਦੀ ਮੂਲ ਵਿਆਜ ਦੇ ਚੱਕਰ ਦੇ ਵਿੱਚ ਪੈਂਦਾ ਹੈ ਕਿ ਇਹਨੂੰ ਸੁੱਖ ਦਿੱਤਾ ਹੈ, ਇਹਦੇ ਵਿੱਚੋਂ ਮੈਨੂੰ ਇਹਦਾ ਕੁਝ ਮੁਆਵਜ਼ਾ ਮਿਲਣਾ ਚਾਹੀਦਾ ਹੈ, ਕੋਈ ਪਦਾਰਥ ਧਨ ਮਿਲਣਾ ਚਾਹੀਦਾ ਹੈ। ਕਹਿੰਦੇ ਅਕਾਲ ਪੁਰਖ ਪਰਮਾਤਮਾ ਅਜਿਹਾ ਹੈ ਕਿ ਉਹ ਵਡਿਆਈਆਂ ਬਖਸ਼ਿਸ਼ ਕਰ ਕਰਕੇ ਨਾ ਸਾਡੇ ਤੋਂ ਕਦੀ ਨਾ ਤਾਂ ਕਦੀ ਧਨ ਮੂਲ ਵਿਆਜ ਜਿਹੜਾ ਉਹ ਪ੍ਰਾਪਤ ਕਰਦਾ ਹੈ, ਮੰਗਣ ਦੀ ਇੱਛਾ ਰੱਖਦਾ ਹੈ, ਤੇ ਨਾ ਹੀ ਉਹ ਕਦੀ ਦਾਤਾਂ ਦੇ ਕੇ ਪਛਤਾਉਂਦਾ ਹੈ। ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛਤਾਏ। ਕਦੀ ਪ੍ਰਮਾਤਮਾ ਨੇ ਇਹ ਵਡਿਆਈਆਂ ਦੇ ਕੇ ਕਦੀ ਵੀ ਕਿਸੇ ਇਨਸਾਨ ਨੂੰ ਪਛਤਾਇਆ ਨਹੀਂ, ਪਛਤਾਉਂਦਾ ਨਹੀਂ ਹੈ ਕਿ ਦਾਤਾਂ ਕਿਉਂ ਦੇ ਦਿੱਤੀਆਂ। ਉਹਦਾ ਫਰਜ਼ ਹੈ, ਉਹਦਾ ਸੁਭਾਅ ਹੈ, ਉਹਦਾ ਬਿਰਧ ਹੈ ਕਿ ਅਕਾਲ ਪੁਰਖ ਪਰਮਾਤਮਾ ਦਾਤਾਂ ਸਾਨੂੰ ਵੰਡਦਾ ਹੈ। ਪਰ ਮਹਾਰਾਜ ਕਹਿੰਦੇ ਨੇ ਕਿ ਉਸ ਅਕਾਲ ਪੁਰਖ ਪਰਮਾਤਮਾ ਜੀ ਨੂੰ ਜਪਣਾ ਕਿਉਂ ਹੈ? ਤਾਂ ਕਿ ਅਸੀਂ ਆਪਣੇ ਜਨਮ ਨੂੰ ਸਫਲਾ ਕਰ ਸਕੀਏ, ਇਸ ਦੇਹੀ ਨੂੰ ਸਫਲ ਕਰ ਸਕੀਏ, ਜਿਹੜੀ ਦੇਹੀ ਰਾਹੀਂ ਅਸੀਂ ਸੰਸਾਰ ਦੇ ਵਿੱਚ ਪਰਮਾਤਮਾ ਜੀ ਦਾ ਨਾਮ ਜਪਣ ਵਾਸਤੇ ਆਏ ਹਾਂ। ਮਹਾਰਾਜ ਨੇ ਸਾਨੂੰ ਬਾਰ-ਬਾਰ ਇਹੀ ਗੱਲ ਸਮਝਾਈ ਹੈ ਕਿ ਹੇ ਪ੍ਰਾਣੀ, ਤੂੰ ਸੰਸਾਰ ਦੇ ਵਿੱਚ ਆਇਆ ਹੀ ਲਾਹਾ ਲੈਣ ਵਾਸਤੇ ਹੈ। ਮਹਾਰਾਜ ਨੇ ਇਹ ਗੱਲ ਕਦੀ ਨਹੀਂ ਆਖੀ ਕਿ ਹੱਥਾਂ ਦੇ ਨਾਲ ਕੰਮ ਨਹੀਂ ਕਰਨਾ, ਆਪਣੇ ਪੈਰਾਂ ਦੇ ਨਾਲ ਕਰਮ ਨਹੀਂ ਕਰਨੇ। ਉਹ ਕਹਿੰਦੇ ਨੇ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਜੇ ਕੋਈ ਮਨੁੱਖ ਆਖ ਦੇਵੇ ਕਿ ਜੇ ਰੱਬ ਦੀ ਬੰਦਗੀ ਕਰੀ ਜਾਈਏ, ਕਿਉਂਕਿ ਸ਼ਰਾਰਤੀ ਦਿਮਾਗ ਹੈ, ਕਈ ਗੱਲਾਂ ਸੋਚਦਾ ਹੈ। ਜੇ ਕਹੀਏ ਕਿ ਰੱਬ ਦੀ ਬੰਦਗੀ ਕਰ ਲਿਓ, ਬੰਦਾ ਕਹਿ ਦਿੰਦਾ ਕਿ ਬੰਦਗੀ ਵਾਸਤੇ ਟਾਈਮ ਹੀ ਨਹੀਂ ਹੈ, ਸਮਾਂ ਹੀ ਨਹੀਂ ਨਿਕਲਦਾ। ਇਸ ਕਰਕੇ ਬਾਣੀ ਨੇ ਗੱਲ ਸਪਸ਼ਟ ਕਰ ਦਿੱਤੀ ਕਿ ਰਸਨਾ ਦੇ ਨਾਲ ਪਰਮਾਤਮਾ ਜੀ ਦਾ ਨਾਮ ਜਪਿਆ ਜਾਣਾ ਹੈ, ਪਰ ਜਿਹੜੇ ਹੱਥ ਪੈਰ ਨੇ ਇਹਨਾਂ ਦੇ ਰਾਹੀਂ ਤੂੰ ਸੰਸਾਰੀ ਕਰਮ ਕਰਦਾ ਹੈ। ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਤੇ ਜਿਹੜਾ ਚਿੱਤ ਹੈ ਉਹ ਨਿਰੰਜਨ ਅਕਾਲ ਪੁਰਖ ਪਰਮਾਤਮਾ ਜੀ ਦੇ ਨਾਲ ਜੋੜ ਕੇ ਰੱਖ। ਇਵੇਂ ਪਰਮਾਤਮਾ ਦਾ ਨਾਮ ਜਪੇਗਾ, ਤੈਨੂੰ ਪਰਮਾਤਮਾ ਦੇ ਘਰ ਦੇ ਵਿੱਚੋਂ ਸੁੱਖ ਪ੍ਰਾਪਤ ਹੋਵੇਗਾ। ਅਕਾਲ ਪੁਰਖ ਪਰਮਾਤਮਾ ਜੀ ਦੇ ਘਰ ਦੇ ਵਿੱਚੋਂ ਖੁਸ਼ੀਆਂ ਪ੍ਰਾਪਤ ਹੋਣਗੀਆਂ। ਤੇ ਮਹਾਰਾਜ ਕਹਿੰਦੇ ਨੇ ਫਿਰ ਜਿਹੜੇ ਪਰਮਾਤਮਾ ਜੀ ਦੇ ਨਾਮ ਨੂੰ ਜਪਦੇ ਨੇ, ਕਦੀ ਉਹਨਾਂ ਨੂੰ ਪੁੱਛ ਕੇ ਵੇਖੀਏ ਵੀ ਤੁਹਾਡਾ ਜੀਵਨ ਕਿਹੋ ਜਿਹਾ, ਤੇ ਉਹ ਕਹਿੰਦੇ ਨੇ ਜਾਸ ਜਪਤ ਮਨ ਹੋਏ ਆਨੰਦ ਬਿਨਸੈ ਦੂਜਾ ਪਾਓ। ਜਿਸ ਪਰਮਾਤਮਾ ਨੂੰ ਜਪਣ ਦੇ ਨਾਲ ਮਨ ਦੇ ਵਿੱਚ ਆਨੰਦ ਪੈਦਾ ਹੋ ਜਾਂਦਾ ਹੈ ਤੇ ਦੂਜਾ ਭਾਵ ਜਿਹੜਾ ਹੈ ਨਾ ਉਹ ਖਤਮ ਹੋ ਜਾਂਦਾ ਹੈ। ਦੂਜਾ ਭਾਵ ਦਾ ਅਰਥ ਹੁੰਦਾ ਹੈ ਕਿ ਜਿਵੇਂ ਸੰਸਾਰੀ ਮੋਹ, ਸੰਸਾਰੀ ਵਸਤੂਆਂ ਦੇ ਨਾਲ ਮੋਹ, ਇੱਕ ਪਰਮਾਤਮਾ ਦੇ ਨਾਲ ਪਿਆਰ ਅਤੇ ਦੂਸਰਾ ਹੈ ਸੰਸਾਰ ਦੇ ਨਾਲ ਪਿਆਰ। ਜਿਹੜਾ ਸੰਸਾਰ ਦੇ ਨਾਲ ਪਿਆਰ ਮੋਹ ਕਰਦਾ ਹੈ ਉਹ ਦੂਜਾ ਭਾਵ ਹੈ, ਤੇ ਜਿਹੜਾ ਅਕਾਲ ਪੁਰਖ ਪਰਮਾਤਮਾ ਜੀ ਦੇ ਨਾਲ ਚਿੱਤ ਜੋੜ ਲੈਂਦਾ ਹੈ ਉਹ ਅਕਾਲ ਪੁਰਖ ਪਰਮਾਤਮਾ ਜੀ ਦੇ ਘਰ ਦੇ ਵਿੱਚੋਂ ਸਿਮਰਨ ਦੀ ਦਾਤ ਲੈ ਕੇ ਹੀ ਆਇਆ ਸੀ। ਇਸ ਕਰਕੇ ਦੂਜਾ ਭਾਵ ਸੰਸਾਰ ਦੇ ਵਿੱਚ ਆਣ ਕੇ ਲੱਗਾ ਇਸ ਇਨਸਾਨ ਨੂੰ। ਲਿਵ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਅੰਮ੍ਰਿਤ ਵਰਤਾਇਆ। ਲਿਵ ਛੁੱਟ ਗਈ, ਸੰਸਾਰ ਦੇ ਵਿੱਚ ਜੀਵ ਆਇਆ, ਮਾਇਆ ਨੇ ਪ੍ਰਭਾਵ ਪਾ ਲਿਆ, ਤੇ ਕਹਿੰਦੇ ਨੇ ਇਹਦਾ ਜਿਹੜਾ ਸੰਸਾਰ ਦੇ ਵਿੱਚ ਮੋਹ ਵੱਜ ਗਿਆ, ਨਿਰੰਕਾਰ ਨਾਲੋਂ ਇਹ ਟੁੱਟ ਗਿਆ, ਪਰਮਾਤਮਾ ਜੀ ਦੇ ਨਾਲੋਂ ਇਹ ਟੁੱਟ ਗਿਆ। ਤੇ ਸਤਿਗੁਰੂ ਕਹਿੰਦੇ ਯਾਸ ਜਪਤ ਮਨ ਹੋਏ ਆਨੰਦ। ਜਿਸ ਵਾਹਿਗੁਰੂ ਨੂੰ ਜਪਣ ਦੇ ਨਾਲ ਮਨ ਦੇ ਵਿੱਚ ਆਨੰਦ ਹੁੰਦਾ ਹੈ ਤੇ ਦੂਜਾ ਭਾਵ ਵਿਸਰ ਜਾਂਦਾ ਹੈ। ਤੇ ਕਹਿੰਦੇ ਦੁੱਖ ਦਰਦ ਤ੍ਰਿਸ਼ਨਾ ਬੁਝੇ, ਉਹਨਾਂ ਇਨਸਾਨਾਂ ਦੇ ਅੰਦਰੋਂ ਦੁੱਖ ਅਤੇ ਦਰਦ ਬਿਲਕੁਲ ਖਤਮ ਹੋ ਜਾਂਦਾ ਹੈ, ਤ੍ਰਿਸ਼ਨਾ ਬੁਝ ਜਾਂਦੀ ਹੈ। ਦੁੱਖ ਦਰਦ ਤ੍ਰਿਸ਼ਨਾ ਬੁਝੇ ਨਾਨਕ ਨਾਮ ਸਮਾਓ, ਜਿਨ੍ਹਾਂ ਨੇ ਪਰਮਾਤਮਾ ਜੀ ਦੇ ਨਾਮ ਨੂੰ ਆਪਣੇ ਹਿਰਦੇ ਦੇ ਵਿੱਚ ਟਿਕਾ ਲਿਆ। ਦੁੱਖ ਦਰਦ ਤੇ ਤ੍ਰਿਸ਼ਨਾ, ਇਹ ਤਿੰਨ ਚੀਜ਼ਾਂ ਸੰਸਾਰ ਦੇ ਵਿੱਚ ਬਹੁਤ ਭਿਆਨਕ ਨੇ, ਕਿਉਂਕਿ ਦੁੱਖ ਸਾਨੂੰ ਉਦੋਂ ਹੁੰਦਾ ਹੈ ਕਿ ਜਦੋਂ ਅਸੀਂ ਕੋਈ ਵੀ ਯਤਨ ਕਰਦੇ ਹਾਂ ਉਹਦੇ ਵਿੱਚ ਅਸੀਂ ਸਫਲ ਨਾ ਹੋ ਸਕੀਏ, ਤੇ ਉਦੋਂ ਸਾਨੂੰ ਦੁੱਖ ਹੁੰਦਾ ਹੈ। ਤੇ ਦਰਦ ਅਸੀਂ ਉਦੋਂ ਮਹਿਸੂਸ ਕਰਦੇ ਹਾਂ ਕਿ ਜਦੋਂ ਕੋਈ ਸਾਡਾ ਆਪਣਾ ਨਜ਼ਦੀਕੀ
ਭਾਵੇਂ ਕੋਈ ਭੈਣ ਭਰਾ ਰਿਸ਼ਤੇਦਾਰ ਸਾਨੂੰ ਛੱਡ ਕੇ ਅਕਾਲ ਚਲਾਣਾ ਕਰ ਜਾਵੇ, ਉਦੋਂ ਅਸੀਂ ਦਰਦ ਮਹਿਸੂਸ ਕਰਦੇ ਹਾਂ। ਤੇ ਤ੍ਰਿਸ਼ਨਾ ਦੇ ਨਾਲ ਸਾਡਾ ਜੀਵਨ ਇਉਂ ਬੱਝਿਆ ਹੋਇਆ ਹੈ ਕਿ ਬੰਦਾ ਜਿਉਂ ਘਰ ਤੋਂ ਨਿਕਲਦਾ ਹੈ ਤੇ ਉਹਦੇ ਦਿਮਾਗ ਦੇ ਵਿੱਚ ਇਹੀ ਚੱਲਦਾ ਰਹਿੰਦਾ ਹੈ ਕਿ ਮੈਨੂੰ ਲਾਭ ਕਿੱਥੋਂ ਹੋਵੇ, ਮੈਨੂੰ ਕਿੱਥੋਂ ਜਾ ਕੇ ਜ਼ਿਆਦਾ ਧਨ ਪਦਾਰਥ ਲੱਭੇ, ਕਿ ਉਹਦੇ ਵਾਸਤੇ ਕਈ ਹੱਥ ਕੰਡੇ ਵਰਤਦਾ ਹੈ, ਕਈ ਕੁਛ ਕਰਨ ਲਈ ਤਿਆਰ ਹੋ ਜਾਂਦਾ ਹੈ, ਜਿਹਨੂੰ ਮਹਾਰਾਜ ਨੇ ਤ੍ਰਿਸ਼ਨਾ ਕਹਿ ਦਿੱਤਾ, ਲਾਲਚ ਕਹਿ ਦਿੱਤਾ। ਦੁੱਖ, ਕਿਉਂਕਿ ਦੁੱਖ ਜਿਹੜਾ ਹੈ ਇਹ ਅਸੀਂ ਹਰੇਕ ਕੰਮ ਦੇ ਵਿੱਚ, ਕੋਈ ਜ਼ਰੂਰੀ ਨਹੀਂ ਹੈ ਕਿ ਜੋ ਅਸੀਂ ਸ਼ੁਰੂ ਕੀਤਾ ਹੈ ਉਹਦੇ ਵਿੱਚ ਸਫਲ ਹੀ ਹੋਈਏ, ਪਰ ਕਹਿੰਦੇ ਜਦੋਂ ਸਾਨੂੰ ਉਥੋਂ ਹਾਰ ਮਿਲਦੀ ਹੈ ਅਸੀਂ ਦੁਖੀ ਹੁੰਦੇ ਹਾਂ, ਅਸੀਂ ਦੁਖੀ ਹੋ ਜਾਂਦੇ ਹਾਂ। ਤੇ ਦਰਦ ਉਦੋਂ ਅਸੀਂ ਮਹਿਸੂਸ ਕਰਦੇ ਹਾਂ ਜਦੋਂ ਕੋਈ ਸਾਡਾ ਛੱਡ ਜਾਵੇ। ਪਰ ਮਹਾਰਾਜ ਕਹਿੰਦੇ ਨੇ ਜਦੋਂ ਇਹ ਸਾਰਾ ਕੁਝ ਇਹਦੇ ਨਾਲੋਂ ਵੱਖਰਾ ਹੋ ਜਾਏਗਾ ਨਾ, ਤ੍ਰਿਸ਼ਨਾ ਦੇ ਨਾਲੋਂ ਵੱਖਰਾ ਹੋ ਜਾਵੇਗਾ, ਦਰਦ ਤੋਂ ਨਿਰਲੇਪ ਹੋ ਜਾਏਗਾ, ਦੁੱਖਾਂ ਤੋਂ ਰਹਿਤ ਹੋ ਜਾਏਗਾ, ਜਦੋਂ ਪਰਮਾਤਮਾ ਦਾ ਨਾਮ ਤੇਰੇ ਹਿਰਦੇ ਦੇ ਵਿੱਚ ਟਿਕ ਜਾਏਗਾ। ਪਰਮਾਤਮਾ ਦਾ ਨਾਮ ਹਿਰਦੇ ਦੇ ਵਿੱਚ ਟਿਕ ਜਾਏਗਾ, ਫਿਰ ਤਾਂ ਹੀ ਤਾਂ ਆਨੰਦ ਬਣੇਗਾ ਨਾ। ਜੇ ਬੰਦੇ ਅੰਦਰ ਦੁਖੀ ਹੈ, ਦੁੱਖ ਭਰਿਆ ਹੈ, ਉਹ ਮੂੰਹ ਤੋਂ ਆਖੀ ਜਾਵੇ ਕਿ ਆਨੰਦ ਹੈ ਜ਼ਿੰਦਗੀ ਦੇ ਵਿੱਚ, ਪਰ ਗੁਰਬਾਣੀ ਨੇ ਸਪਸ਼ਟ ਕੀਤਾ, ਕਹਿੰਦੇ ਆਨੰਦ ਆਨੰਦ ਸਭ ਕੋ ਕਹੇ। ਸਾਰੇ ਕਹਿੰਦੇ ਨੇ ਆਨੰਦ ਆਨੰਦ ਹੈ, ਪਰ ਕਹਿੰਦੇ ਆਨੰਦ ਗੁਰੂ ਤੇ ਜਾਣਿਆ। ਆਨੰਦ ਜਿਹੜਾ ਉਹ ਗੁਰੂ ਤੋਂ ਪਤਾ ਲੱਗਦਾ ਹੈ। ਜਿਵੇਂ ਭਾਈ ਗੁਰਦਾਸ ਜੀ ਕਹਿੰਦੇ ਨੇ ਨਾ, ਕਹਿੰਦੇ ਬੇਸ਼ੱਕ ਸਮੁੰਦਰ ਦੇ ਵਿੱਚ ਬਹੁਤ ਪਦਾਰਥ ਨੇ, ਬਹੁਤ ਪਦਾਰਥ ਨੇ, ਕਿੰਨੇ ਕਿੰਨੇ ਹੀਰੇ ਜਵਾਹਰਾਤ ਹੁੰਦੇ ਨੇ ਉਹਨਾਂ ਸਮੁੰਦਰਾਂ ਦੇ ਵਿੱਚ, ਕਿ ਉਸ ਸਮੁੰਦਰ ਦੇ ਵਿੱਚ ਹਰੇਕ ਇਨਸਾਨ ਨੂੰ ਹੀਰੇ ਮੋਤੀ ਲੱਭ ਜਾਂਦੇ ਨੇ। ਕੋਈ ਵਿਰਲਾ ਹੀ ਹੁੰਦਾ ਹੈ ਜਿਹੜਾ ਉਸ ਡੂੰਘੇ ਸਮੁੰਦਰ ਦੇ ਵਿੱਚ ਆਪਣੀ ਜਾਨ ਦੀ ਬਾਜੀ ਲਾ ਕੇ ਤੇ ਡੂੰਘੇ ਸਮੁੰਦਰ ਦੇ ਵਿੱਚ ਛਾਲ ਮਾਰਦਾ ਹੈ, ਜਿਹਨੂੰ ਮਰਜੀਵਾ ਆਖਿਆ ਗਿਆ ਹੈ। ਛਾਲ ਮਾਰ ਕੇ ਤੇ ਫਿਰ ਕਹਿੰਦੇ ਉਸ ਡੂੰਘੇ ਸਮੁੰਦਰ ਦੇ ਤਹਿ ਤੱਕ ਜਾਣ ਦੀ ਕੋਸ਼ਿਸ਼ ਕਰਦਾ ਹੈ, ਜਿੱਥੋਂ ਫਿਰ ਉਹਨੂੰ ਹੀਰੇ ਲੱਭਦੇ ਨੇ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ, ਜੈਸੇ ਤੋਂ ਸਮੁੰਦਰ ਵਿਖੇ ਸਗਲ ਪਦਾਰਥ ਹੈ, ਸਕਲ ਨਿਧ ਹੰਸ ਮਰਜੀਵਾ ਨਿਹਚੇ ਪ੍ਰਸਾਦ ਪਾਵਈ। ਤੇ ਕਹਿੰਦੇ ਨੇ ਹੰਸ ਤੇ ਮਰਜੀਵਾ ਜੈਸੇ ਤੋਂ ਸਕਲ ਨਿਧ ਪੂਰਨ ਸਮੁੰਦਰ ਵਿਖੇ, ਜਿਹੜਾ ਸਮੁੰਦਰ ਡੂੰਘਾ ਸਮੁੰਦਰ ਹੁੰਦਾ ਹੈ, ਸਗਲ ਪਦਾਰਥ ਹਨ ਉਹਦੇ ਵਿੱਚ। ਹੰਸ ਮਰਜੀਵਾ ਨਿਹਚੇ ਪ੍ਰਸਾਦ ਪਾਵਈ, ਹੰਸ ਅਤੇ ਮਰਜੀਵਾ ਜਿਹਨੂੰ ਟੋਭਾ ਆਖਿਆ ਜਾਂਦਾ ਹੈ, ਉਹਦੇ ਵਿੱਚ ਟੋਭੀ ਮਾਰ ਕੇ ਡੂੰਘੇ ਸਮੁੰਦਰ ਦੇ ਵਿੱਚ ਜਾ ਕੇ ਤੇ ਫਿਰ ਉਹਦੇ ਵਿੱਚੋਂ ਉਹ ਹੀਰੇ ਕੱਢ ਲੈਂਦਾ ਹੈ। ਤੇ ਇਵੇਂ ਕਹਿੰਦੇ ਨੇ ਮੋਤੀ ਕੱਢ ਲੈਂਦਾ ਹੈ। ਤੇ ਇਵੇਂ ਪਰਬਤ ਜਿਹੜਾ ਹੈ ਨਾ, ਉਸ ਪਰਬਤ ਦੇ ਉੱਤੇ ਪਦਾਰਥ ਹਨ, ਹੀਰੇ ਨੇ, ਪਾਰਸ ਹੈ, ਪਰ ਕਹਿੰਦੇ ਨੇ ਸਿੱਧ ਅਤੇ ਜਿਹੜੇ ਪਹਾੜਾਂ ਨੂੰ ਖੋਜਦੇ ਨੇ, ਪਹਾੜਾਂ ਨੂੰ ਪੁੱਟਦੇ ਨੇ, ਪਰਬਤਾਂ ਨੂੰ, ਉਹਨਾਂ ਪਰਬਤਾਂ ਨੂੰ ਪੁੱਟ ਕੇ ਤੇ ਫਿਰ ਉਹਦੇ ਵਿੱਚੋਂ ਹੀਰੇ ਕੱਢ ਕੇ, ਉਹਦੇ ਵਿੱਚੋਂ ਸੋਨਾ ਚਾਂਦੀ ਕੱਢ ਕੇ ਸੰਸਾਰ ਦੇ ਵਿੱਚ ਪ੍ਰਗਟ ਕਰ ਦਿੰਦੇ ਨੇ। ਜੈਸੇ ਪਰਬਤ ਵਿਖੇ ਹੀਰ ਜਵਾਹਰ ਮਾਨਕ ਪਾਰਸ, ਸਿੱਧ ਖਨਵਾਰਾ ਖਨ ਜਗ ਵਿਖੇ ਪ੍ਰਗਟਾਵਈ। ਇਵੇਂ ਜਿਵੇਂ ਸਿੱਧ ਅਤੇ ਸਮੁੰਦਰ ਨੂੰ ਜਾਂ ਪਰਬਤ ਨੂੰ, ਪਹਾੜਾਂ ਨੂੰ ਪੁੱਟ ਕੇ ਖੋਜਣ ਵਾਲਾ ਉਹਦੇ ਵਿੱਚੋਂ ਹੀਰੇ ਲੱਭ ਲੈਂਦਾ ਹੈ, ਜੱਗ ਦੇ ਵਿੱਚ ਪ੍ਰਗਟ ਕਰ ਦਿੰਦਾ ਹੈ। ਤੇ ਅਗਲੀ ਉਦਾਹਰਣ ਭਾਈ ਗੁਰਦਾਸ ਜੀ ਦਿੰਦੇ ਨੇ, ਕਹਿੰਦੇ ਜਿਵੇਂ ਬਨ ਵਿਖੇ ਮਲਿਆਗਰ ਪਰਬਤ ਸੁਬੰਧ ਕਪੂਰ, ਕਹਿੰਦੇ ਜਿਵੇਂ ਮਲਿਆਗਰ ਪਰਬਤ ਜਿਹੜਾ ਨਾ, ਉਹਦੇ ਵਿੱਚ ਕਿੰਨੀਆਂ ਸੁਗੰਧੀਆਂ ਨੇ, ਸੁਗੰਧ ਕਪੂਰ, ਪਰ ਕਹਿੰਦੇ ਨੇ ਜਿਹੜਾ ਸੁਗੰਧੀ ਵਾਲਾ ਹੈ ਨਾ, ਸੁਗੰਧੀ ਵਾਸ਼ਨਾ ਨੂੰ ਜਾਣਨ ਵਾਲਾ, ਉਹਦੇ ਵਿੱਚੋਂ ਵਾਸ਼ਨਾ ਲੱਭ ਕੇ, ਉਹਦੇ ਵਿੱਚੋਂ ਸੁਗੰਧੀਆਂ ਲੱਭ ਕੇ ਤੇ ਸੰਸਾਰ ਦੇ ਵਿੱਚ ਸੁਬਾਸ ਜਿਹੜਾ ਹੈ ਬਹਿਸਾਵਈ, ਸੰਸਾਰ ਦੇ ਵਿੱਚ ਉਹਨਾਂ ਸੁਗੰਧੀਆਂ ਦੀ, ਖੁਸ਼ਬੂਆਂ ਦੀ ਲੈ ਕੇ, ਅਤਰਾਂ ਲੈ ਕੇ, ਉਹਨਾਂ ਵਿੱਚੋਂ ਫੁੱਲਾਂ ਵਿੱਚੋਂ ਰਸ ਕੱਢ ਕੇ ਤੇ ਕਹਿੰਦੇ ਨੇ ਸੰਸਾਰ ਦੇ ਜੀਵਾਂ ਦੇ ਵਿੱਚ ਉਹ ਪ੍ਰਗਟ ਕਰ ਦਿੰਦਾ ਹੈ, ਸਾਰੇ ਸੰਸਾਰ ਦੇ ਵਿੱਚ ਉਹ ਵੰਡ ਦਿੰਦਾ ਹੈ। ਇਵੇਂ ਕਹਿੰਦੇ ਨੇ ਬਾਣੀ ਤੈਸੇ ਗੁਰਬਾਣੀ ਵਿਖੇ ਸਗਲ ਪਦਾਰਥ ਹੈ, ਉਸੇ
ਤਰੀਕੇ ਨਾਲ ਗੁਰਬਾਣੀ ਦੇ ਵਿੱਚ ਸਾਰੇ ਪਦਾਰਥ ਨੇ। ਤੈਸੇ ਗੁਰਬਾਣੀ ਵਿਖੇ ਸਗਲ ਪਦਾਰਥ ਹੈ, ਜੋਈ ਜੋਈ ਖੋਜੇ ਸੋਈ ਸੋਈ ਨਿਪ ਜਾਵਈ। ਜਿਹੜਾ ਵੀ ਖੋਜਦਾ ਹੈ ਉਸੇ ਨੂੰ ਉਹ ਪ੍ਰਾਪਤ ਹੁੰਦੇ ਨੇ, ਜਿਹੜਾ ਵੀ ਖੋਜ ਲਵੇ ਉਸੇ ਨੂੰ ਉਹ ਫਲ ਪ੍ਰਾਪਤ ਹੁੰਦੇ ਹਨ। ਪਰ ਮਹਾਰਾਜ ਕਹਿੰਦੇ ਨੇ ਜਿਵੇਂ ਸਮੁੰਦਰ ਦੇ ਵਿੱਚ ਜਿਹੜਾ ਮਰਜੀਵਾ ਹੈ, ਟੋਭਾ ਹੈ, ਉਹ ਟੋਭਾ ਉਸ ਸਮੁੰਦਰ ਦੇ ਵਿੱਚ ਜਾ ਕੇ ਹੀਰੇ ਲੱਭ ਲੈਂਦਾ ਹੈ, ਮੋਤੀ ਲੱਭ ਲੈਂਦਾ ਹੈ। ਇਵੇਂ ਪਰਬਤ ਨੂੰ ਢਾਹ ਕੇ ਸਿੱਧ ਤੇ ਖਨਵਾਰਾ ਜਿਹੜਾ ਹੈ ਉਹ ਚਾਂਦੀ ਲੱਭ ਲੈਂਦਾ ਹੈ, ਸੋਨਾ ਲੱਭ ਲੈਂਦਾ ਹੈ, ਪਾਰਸ ਲੱਭ ਲੈਂਦਾ ਹੈ। ਤੇ ਕਹਿੰਦੇ ਇਵੇਂ ਹੀ ਸੁਗੰਧੀ ਕੱਢਣ ਵਾਲੇ ਪਹਾੜਾਂ ਦੇ ਵਿੱਚੋਂ, ਸੁਗੰਧੀਆਂ ਫੁੱਲਾਂ ਦੇ ਵਿੱਚੋਂ ਸੁਗੰਧੀਆਂ ਵਾਸ਼ਨਾਵਾਂ ਕੱਢ ਲੈਂਦੇ ਨੇ। ਇਵੇਂ ਹੀ ਜਿਹੜਾ ਪ੍ਰਮਾਤਮਾ ਦੀ ਬਾਣੀ ਨੂੰ ਪੜ੍ਹਦਾ ਹੈ ਨਾ, ਗੁਰਬਾਣੀ ਨੂੰ ਪੜ੍ਹ ਕੇ ਉਹਦੇ ਵਿੱਚ ਡੂੰਘੇ ਸਮੁੰਦਰ ਦੇ ਵਿੱਚ ਆਪਣੇ ਮਨ ਨੂੰ ਲੈ ਜਾ ਕਰਕੇ ਤੇ ਉਸ ਬਾਣੀ ਦੇ ਵਿੱਚੋਂ ਜੋ ਖੋਜਦਾ ਹੈ ਉਸ ਨੂੰ ਪ੍ਰਾਪਤ ਹੁੰਦਾ ਹੈ, ਉਸ ਨੂੰ ਉਹ ਪ੍ਰਾਪਤ ਹੋ ਜਾਂਦਾ ਹੈ। ਪਰ ਮਹਾਰਾਜ ਕਹਿੰਦੇ ਨੇ ਇਹ ਸਾਰਾ ਕੁਝ ਤਦੋਂ ਹੁੰਦਾ ਹੈ ਜਦੋਂ ਪਰਮਾਤਮਾ ਦੇ ਨਾਮ ਜਪਣ ਦੀ ਤਾਂਘ ਅੰਦਰ ਹੋਵੇ। ਇਹ ਸਾਰਾ ਕੁਝ ਤਾਂ ਹੀ ਹੁੰਦਾ ਹੈ ਨਾ। ਹੁਣ ਜਿਹੜਾ ਟੋਭਾ ਹੈ ਉਹਨੂੰ ਪਤਾ ਥੋੜੀ ਹੈ ਵੀ ਇਸ ਥਾਂ ਤੇ ਟੁੱਬੀ ਮਾਰਾਂਗਾ ਤੇ ਹੀਰੇ ਲੱਭ ਜਾਣਗੇ। ਉਹ ਸਮੁੰਦਰ ਦੇ ਵਿੱਚ ਛਾਲ ਮਾਰਦਾ ਹੈ ਤੇ ਫਿਰ ਉਹ ਤਹਿ ਤੱਕ ਜਾਂਦਾ ਹੈ ਤੇ ਤਹਿ ਦੇ ਵਿੱਚੋਂ ਲੱਭ ਕੇ ਉਹਨਾਂ ਮੋਤੀਆਂ ਨੂੰ ਲੈ ਕੇ ਆਉਂਦਾ ਹੈ। ਇਵੇਂ ਪਰਬਤ ਨੂੰ ਖੋਜਣ ਵਾਲਾ ਉਹਨੂੰ ਪਤਾ ਨਹੀਂ ਹੈ, ਪਰ ਉਹ ਖੋਜ ਕਰਦਾ ਹੈ। ਇਵੇਂ ਵੀ ਸਾਨੂੰ ਖੋਜ ਕਰਨੀ ਪਵੇਗੀ, ਸਾਨੂੰ ਬਾਣੀ ਦੇ ਨਾਲ ਪਿਆਰ ਬਣਾਉਣਾ ਪਵੇਗਾ, ਗੁਰਬਾਣੀ ਦੇ ਨਾਲ ਲਿਵ ਜੋੜਨੀ ਪਵੇਗੀ। ਜਿਵੇਂ ਧੰਨ ਧੰਨ ਸਾਹਿਬ ਬਾਬਾ ਦੀਪ ਸਿੰਘ ਜੀ ਨੇ ਲਿਵ ਜੋੜੀ ਹੈ। ਆਪ ਸਭ ਸੰਗਤਾਂ ਨੂੰ ਪਤਾ ਹੋਏਗਾ ਕਿ ਅੱਜ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਹੈ, ਪਰ ਸਾਨੂੰ ਇੰਨਾ ਤਾਂ ਪਤਾ ਹੈ ਕਿ ਉਹਨਾਂ ਨੇ ਸਵਾ ਸਿਰ ਦਾ ਖੰਡਾ ਜਿਹੜਾ ਸੀ ਉਹ ਜੰਗ ਦੇ ਵਿੱਚ ਲੈ ਕੇ ਲੜੇ ਨੇ। ਪਰ ਅਜੇ ਤੱਕ ਬਹੁਤ ਘੱਟ ਸਾਨੂੰ ਪਤਾ ਹੈ ਕਿ ਜਿਹੜੇ 4 ਤਖਤਾਂ ਦੇ ਉੱਪਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਪਏ ਨੇ ਪੁਰਾਤਨ, ਉਹ ਬਾਬਾ ਦੀਪ ਸਿੰਘ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੁਆਰਾ ਹੀ, ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੁਆਰਾ ਬਾਬਾ ਦੀਪ ਸਿੰਘ ਜੀ ਨੇ ਲਿਖੇ। ਤੇ 11 ਸਾਲ ਦੀ ਮਸ਼ੱਕਤ ਹੈ। 11 ਸਾਲਾਂ ਦੇ ਵਿੱਚ ਨੌਜਵਾਨ ਬਾਬੇ ਨੇ ਪਹਿਲਾਂ ਕਲਮ ਚਲਾਈ ਤੇ ਉਸ ਤੋਂ ਬਾਅਦ ਫਿਰ ਬਾਬੇ ਨੇ 75 ਸਾਲ ਦੀ ਉਮਰ ਦੇ ਵਿੱਚ ਖੰਡਾ ਚਲਾਇਆ ਤੇ ਜਿਹੜੇ 4 ਸਰੂਪ ਲਿਖੇ 4 ਤਖਤਾਂ ਤੇ ਭੇਜੇ ਗਏ। ਇਹ ਕਿੰਨੀ ਵੱਡੀ ਘਾਲਣਾ ਹੈ ਕਿ 11 ਸਾਲਾਂ ਦੇ ਵਿੱਚ 4 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਿਖਣੇ ਤੇ ਫਿਰ ਉਹਨਾਂ ਸ਼ਬਦਾਂ ਦੇ ਆਧਾਰਿਤ ਆਪਣੇ ਜੀਵਨ ਨੂੰ ਘੜਨਾ। ਕਿ ਜਿਵੇਂ ਗੁਰਬਾਣੀ ਕਹਿੰਦੀ ਨਾ, ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ। ਆਪਣੇ ਆਪ ਦੇ ਤਨ ਤੇ ਜਿਹੜੇ ਤਨ ਦੇ ਟੁਕੜੇ ਕਰ ਕਰਕੇ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ। ਅੱਗ ਦੇ ਵਿੱਚ ਆਪਣੇ ਆਪ ਨੂੰ ਸਾੜ ਦਵਾਂ, ਕਾਹਦੇ ਵਾਸਤੇ? ਦਰਸ਼ਨ ਹਰ ਦੇਖਣ ਕੇ ਤਾਈ। ਇੰਨਾ ਗੂੜਾ, ਇੰਨਾ ਡੂੰਘਾ, ਇੰਨਾ ਮਿੱਠਾ ਪਰਮਾਤਮਾ ਜੀ ਦਾ ਨਾਮ ਹੈ। ਮਹਾਰਾਜ ਕਹਿੰਦੇ ਨੇ, ਰੱਬਾ ਜੇ ਮੈਂ ਤੇਰੇ ਨਾਮ ਦੀ ਕੀਮਤ ਪਾਉਣ ਦਾ ਯਤਨ ਕਰਾਂ ਨਾ ਤਾਂ ਇਸ ਸਰੀਰ ਦੇ ਰਾਹੀਂ ਤਾਂ ਕੀਮਤ ਨਹੀਂ ਪਾਈ ਜਾ ਸਕਦੀ। ਮੈਂ ਯਤਨ ਜਿਹੜੇ ਕਰਾਂਗਾ, ਮੈਂ ਦੱਸ ਦਿੰਨਾ ਹੈ ਕਿ ਮੈਂ ਕਿਹੜੇ ਕਿਹੜੇ ਯਤਨਾਂ ਬਾਰੇ ਸੋਚ ਰਿਹਾ ਹਾਂ। ਤੇ ਜੇ ਉਹਨਾਂ ਯਤਨਾਂ ਰਾਹੀਂ ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ, ਜੇ ਮੈਂ ਆਖਾਂ ਕਿ ਮੈਂ ਰੱਬ ਦੀ ਕੀਮਤ ਪਾ ਲਈ, ਪਰਮਾਤਮਾ ਜੀ ਦੇ ਨਾਮ ਦੀ ਕੀਮਤ ਪਾ ਲਈ, ਤੇ ਉਹ ਸਭ ਕੁਝ ਮੇਰੇ ਲਈ ਵਿਅਰਥ ਹੈ। ਮੈਂ ਤੇਰੇ ਨਾਮ ਦੀ ਕੀਮਤ ਨਹੀਂ ਪਾ ਸਕਦਾ। ਕਹਿੰਦੇ ਕੋਟ ਕੋਟੀ ਮੇਰੀ ਆਰਜਾ ਪਵਨ ਪੀਣ ਅਪਿਆਓ। ਮੇਰੀ ਕਰੋੜਾਂ ਸਾਲ ਉਮਰ ਹੋਵੇ, ਪਵਨ ਪੀਣ ਅਪਿਆਓ। ਤੇ ਕਹਿੰਦੇ ਨੇ ਸਿਰਫ ਹਵਾ ਨੂੰ ਛੱਕ ਕੇ ਮੈਂ ਗੁਜ਼ਾਰਾ ਕਰਦਾ ਵਾਂ। ਪਵਨ ਪੀਣ, ਪਵਨ ਦਾ ਅਰਥ ਹੁੰਦਾ ਹੈ ਹਵਾ। ਪੀਣ ਅਪਿਆਓ, ਕੇਵਲ ਮੈਂ ਹਵਾ ਦੇ ਰਾਹੀਂ, ਭਾਵ ਕਿ ਕੇਵਲ ਆਕਸੀਜਨ ਦੇ ਸਹਾਰੇ ਜੀਵਾਂ, ਹੋਰ ਕੁਝ ਵੀ ਖਾਣ ਪੀਣ ਨੂੰ ਮੇਰੇ ਕੋਲ ਨਾ ਹੋਵੇ।
ਪਵਨ ਪੀਵਨ ਅਪਿਆਓ ਚੰਦ ਸੂਰਜ ਦੋਏ ਗੁਫੇ ਨਾ ਦੇਖਾਂ, ਸੁਪਨੇ ਸੌਣ ਨਾ ਥਾਉ। ਤੇ ਕਹਿੰਦੇ ਨੇ ਚੰਦਰਮਾ ਤੇ ਸੂਰਜ ਦੀ ਰੋਸ਼ਨੀ ਜਿਸ ਗੁਫਾ ਦੇ ਵਿੱਚ ਨਾ ਪੈਂਦੀ ਹੋਵੇ, ਉੱਥੇ ਬੈਠ ਕੇ ਮੈਂ ਤੇਰੇ ਨਾਮ ਦੀ ਕੀਮਤ ਪਾਉਣੀ ਚਾਹਾਂ। ਕੇਵਲ ਜਪ ਜਪ ਕੇ ਤਾਂ ਵੀ ਤੇਰੇ ਨਾਮ ਦੀ ਕੀਮਤ ਨਹੀਂ ਪੈ ਸਕਦੀ। ਸੁਪਨੇ ਸੌਣ ਨਾ ਥਾਉ, ਮੈਂ ਸੁਪਨਾ ਵੀ ਨਾ ਲਵਾਂ ਕਿ ਮੈਂ ਉਸ ਗੁਫਾ ਦੇ ਵਿੱਚ ਬੈਠ ਕੇ ਸੌ ਜਾਵਾਂ। ਕਹਿੰਦੇ ਮੈਂ ਸੁਪਨਾ ਨਾ ਲਵਾਂ, ਜਿਵੇਂ ਅਸੀਂ ਸੁਪਨਾ ਲੈਣੇ ਆ ਕਿ ਮੇਰਾ ਧੀ ਪੁੱਤਰ ਵੱਡਾ ਹੋਏਗਾ ਤੇ ਧਨ ਖੱਟ ਕੇ ਲਿਆਵੇਗਾ। ਇਹ ਸਾਡਾ ਸੁਪਨਾ ਹੈ, ਇਹ ਸਾਡਾ ਆਉਣ ਵਾਲੇ ਭਵਿੱਖ ਦਾ ਸੁਪਨਾ ਹੈ। ਅਸੀਂ ਨੌਕਰੀ ਲੱਗਾਂਗੇ, ਅਸੀਂ ਕੰਮ ਧੰਦਾ ਸ਼ੁਰੂ ਕਰਾਂਗੇ, ਸਾਡੇ ਸੁਪਨੇ ਨੇ। ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸੁਪਨੇ ਸੌਣ ਨਾ ਥਾਉ, ਭੀ ਤੇਰੀ ਕੀਮਤ ਨਾ ਪਵੇ ਹਉ ਕੇਵਡ ਆਖਾਂ। ਨਾਉ ਕਿ ਮੈਂ ਸੁਪਨੇ ਦੇ ਵਿੱਚ ਵੀ ਨਾ ਸੋਚਾਂ ਕਿ ਮੈਂ ਸੋਚਾਂ ਬਣਾ ਕਿ ਮੈਂ ਸੁਪਨਾ ਬਣਾ ਲਵਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਸੌ ਜਾਵਾਂਗਾ, ਤਾਂ ਵੀ ਤੇਰੇ ਰੱਬ ਜੀ ਤੇਰੇ ਨਾਮ ਦੀ ਕੀਮਤ ਨਹੀਂ ਪੈ ਸਕਦੀ। ਭੀ ਤੇਰੀ ਕੀਮਤ ਨਾ ਪਵੇ ਹਉ ਕੇਵਡ ਆਖਾਂ। ਨਾਉ ਕੁੱਸਾਂ ਕੱਟੀਆਂ ਵਾਰ-ਵਾਰ ਪੀਸਨ ਪੀਸਾਂ ਪਾਉ, ਅੱਗੀ ਸੇਤੀ ਜਾਲੀਆਂ ਭਸਮ ਸੇਤੀ ਰਲ ਜਾਉ। ਕੁੱਸਾਂ ਕੱਟੀਆਂ ਵਾਰ-ਵਾਰ, ਕਹਿੰਦੇ ਭਾਵੇਂ ਮੇਰਾ ਬੰਦ ਕੱਟ ਦਿੱਤਾ ਜਾਵੇ, ਪੋਟੇ ਕਰਕੇ ਮੇਰੇ ਟੁਕੜੇ ਕਰ ਦਿੱਤੇ ਜਾਣ। ਪੀਸਣ ਪੀਸਾਂ ਪਾਓ ਤੇ ਇਹਨਾਂ ਹੱਡੀਆਂ ਦਾ ਚੂਰਾ ਬਣਾ ਕੇ ਮੈਂ ਆਖਾਂ ਤੇਰੇ ਨਾਮ ਦੀ ਕੀਮਤ ਪਾ ਦੇਵਾਂ, ਭਾਵ ਕਿ ਇਹ ਪਰਮਾਤਮਾ ਦੇ ਨਾਮ ਤੋਂ ਮੈਂ ਕੁਰਬਾਨ ਕਰ ਦੇਵਾਂ। ਕੁੱਸਾਂ ਕੱਟੀਆਂ ਵਾਰ-ਵਾਰ ਪੀਸਣ ਪੀਸਾਂ ਪਾਓ, ਅੱਗੀ ਸੇਤੀ ਜਾਲੀਆਂ ਆਪਣੇ ਆਪ ਨੂੰ ਅੱਗ ਦੇ ਵਿੱਚ ਜਾਲ ਦੇਵਾਂ, ਭਸਮ ਸੇਤੀ ਰਲ ਜਾਉ। ਤੇ ਕਹਿੰਦੇ ਆਪਣੇ ਆਪ ਨੂੰ ਮੈਂ ਸਵਾਹ ਕਰ ਲਵਾਂ, ਤਾਂ ਵੀ ਤੇਰੇ ਨਾਮ ਦੀ ਕੀਮਤ ਨਹੀਂ ਪੈ ਸਕਦੀ। ਭੀ ਤੇਰੀ ਕੀਮਤ ਨਾ ਪਵੇ ਹਉ ਕੇਵਡ ਆਖਾਂ। ਨਾਉ ਨਾਨਕ ਕਾਗਦ ਲੱਖ ਬਣਾ, ਪੜ ਕੀਚੇ ਭਾਓ। ਕਹਿੰਦੇ ਨੇ ਲੱਖਾਂ ਮਣਾ ਮੋਹੀ ਕਾਗਜ਼ ਹੋਵੇ ਤੇ ਕਹਿੰਦੇ ਨੇ ਤਾਂ ਵੀ ਤੇਰੇ ਰੱਬ ਜੀ ਨਾਮ ਦੀ ਕੀਮਤ ਨਹੀਂ ਪੈ ਸਕਦੀ। ਨਾਨਕ ਕਾਗਦ ਲੱਖ ਮਣਾ, ਪੜ ਕੀਚੇ ਭਾਓ। ਤੇ ਉਸ ਨੂੰ ਪੜ ਕੇ ਮੈਂ ਉਸ ਕਾਗਜ਼ਾਂ ਦੇ ਉੱਤੇ ਲਿਖੇ ਸ਼ਬਦਾਂ ਨੂੰ ਪਿਆਰ ਕਰਾਂ। ਪੜ ਕੀਚੇ ਭਾਓ ਮਸੂ ਤੋਟ ਨਾ ਆਵੀ। ਮਸੂ ਦਾ ਅਰਥ ਹੁੰਦਾ ਸਿਆਹੀ, ਸ਼ਾਈ ਦੀ ਤੋਟ ਨਾ ਆਵੇ। ਮੈਂ ਤੇਰੇ ਨਾਮ ਦੀਆਂ ਸਿਫਤਾਂ ਲਿਖਦਾ ਹੀ ਜਾਵਾਂ, ਮਸੂ ਤੋਟ ਨਾ ਆਵੀ। ਲਿਖਣ ਪਾਉਣ ਚਲਾਓ, ਤੇ ਜਿਹੜੀ ਲਿਖਣ ਵਾਲੀ ਕਲਮ ਹੈ ਨਾ, ਮੈਂ ਪਾਉਣ ਵਾਂਗੂ ਇੰਨੀ ਤੇਜ਼ ਚਲਾਵਾਂ ਤੇਰੇ ਰੱਬ ਜੀ, ਤੇਰੀਆਂ ਬਰਕਤਾਂ ਦੇ ਕਰਕੇ, ਤੇਰੇ ਨਾਮ ਦੇ ਕਰਕੇ, ਤੇਰੀ ਨਾਮ ਦੀ ਸਿਫਤ ਕਰਕੇ, ਤਦੋਂ ਵੀ ਮੈਂ ਤੇਰੀ ਕੀਮਤ ਨਹੀਂ ਪਾ ਸਕਦਾ। ਭੀ ਤੇਰੀ ਕੀਮਤ ਨਾ ਪਵੇ ਹਉ ਕੇਵਡ ਆਖਾਂ। ਨਾਉ ਤਾਂ ਵੀ ਤੇਰੇ ਨਾਮ ਦੀ ਕੀਮਤ ਨਹੀਂ ਪਾ ਸਕਦੀ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਰੱਬ ਦੇ ਪਰਮਾਤਮਾ ਦੇ ਨਾਲ ਜੁੜ। ਜਦੋਂ ਪਰਮਾਤਮਾ ਜੀ ਦੇ ਨਾਲ ਤੂੰ ਜੁੜੇਗਾ ਨਾ, ਫਿਰ ਤੈਨੂੰ ਬਾਬਾ ਦੀਪ ਸਿੰਘ ਜੀ ਦਾ ਇਤਿਹਾਸ ਯਾਦ ਆਵੇਗਾ ਕਿ ਕਿਸ ਤਰੀਕੇ ਦੇ ਨਾਲ ਇੱਕ ਕਲਮ ਦੇ ਨਾਲ ਲਿਖਣ ਵਾਲਾ, ਧਾਰਮਿਕ ਸ਼ਬਦ ਲਿਖਣ ਵਾਲਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਲਿਖਣ ਵਾਲੇ, ਤੇ ਜਦੋਂ ਬਿਰਧ ਅਵਸਥਾ ਆਉਂਦੀ ਹੈ, ਉਸ ਅਵਸਥਾ ਦੇ ਵਿੱਚ ਕਿਵੇਂ ਸਵਾ ਸਿਰ ਦਾ ਖੰਡਾ ਲੈ ਕੇ ਜੰਗ ਦੇ ਵਿੱਚ ਜੂਝਦਾ ਹੈ, ਕਿਵੇਂ ਜੰਗ ਦੇ ਵਿੱਚ ਜੂਝਿਆ ਜਾਂਦਾ ਹੈ ਤੇ ਆਪਣੇ ਕਰਮ ਨੂੰ ਕਿਵੇਂ ਪੂਰਾ ਕੀਤਾ। ਪਰ ਸਤਿਗੁਰੂ ਜੀ ਕਹਿੰਦੇ ਨੇ ਇਹ ਉਦੋਂ ਹੀ ਹੋ ਸਕਦਾ ਹੈ ਜਈਆ ਜਾਰੋ ਦੁਰਮਤ ਦੋ, ਤਿਸੇ ਤਿਆਗ ਸੁਖ ਸਹਿਜੇ ਹੋ। ਜਿਹੜਾ ਬੰਦਾ ਭੈੜੀ ਮਤ ਨੂੰ ਖਤਮ ਕਰ ਦੇਵੇ, ਮਾੜੀ ਮਤ ਜਿਹੜੀ ਹੈ ਉਹਨੂੰ ਸਾੜ ਦੇਵੇ। ਵੇਖੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਵਿੱਚ ਇੱਕ ਸ਼ਬਦ ਆਉਂਦਾ ਹੈ ਕਿ ਕਹਿੰਦੇ ਨਿੰਦਕ ਹੋਵੇ ਸਤਿਗੁਰੂ ਕਾ। ਫਿਰ ਸਤਿਗੁਰ ਦੇ ਕੋਲ ਆ ਕੇ ਨਾ, ਜੇ ਕੋਈ ਸਤਿਗੁਰੂ ਦੀ ਨਿੰਦਿਆ ਕਰਨ ਵਾਲਾ ਹੋਵੇ ਤੇ ਸਤਿਗੁਰੂ ਦੇ ਕੋਲ ਆਣ ਕੇ ਅਰਦਾਸ ਕਰ ਦੇਵੇ, ਮਹਾਰਾਜ ਮੇਰੇ ਤੋਂ ਭੁੱਲ ਹੋ ਗਈ, ਤੇ ਕਹਿੰਦੇ ਨੇ ਸਤਿਗੁਰੂ ਕੀ ਕਰਦਾ ਹੈ, ਫਿਰ ਉਸ ਦੀ ਭੁੱਲ ਬਖਸ਼ ਕੇ ਉਹਨੂੰ ਮਾਫ ਕਰਕੇ ਸਤ ਸੰਗਤ ਨਾਲ ਰਲਾਵੇ, ਸਤ ਸੰਗਤ ਦੇ ਨਾਲ ਰਲਾ ਲੈਂਦਾ ਹੈ ਗੁਰੂ। ਪਰ ਇੱਥੇ ਹਰੇਕ ਗੁਨਾਹ ਦੀ ਸਜ਼ਾ ਜਿਹੜੀ ਹੈ ਉਹ ਮਾਫ ਹੈ। ਪਰ ਜੋ ਸਾਨੂੰ ਗੁਰਬਾਣੀ ਨੇ ਦੱਸਿਆ, ਇਤਿਹਾਸ ਨੇ ਦੱਸਿਆ, ਜੋ ਬਾਬਾ ਦੀਪ ਸਿੰਘ ਸੱਚੇ ਪਾਤਸ਼ਾਹ ਜੀ ਗੁਰੂ ਸਾਹਿਬ ਜੀ ਦੀ ਕਿਰਪਾ ਦੁਆਰਾ ਜੋ ਉਹਨਾਂ ਨੇ ਜੀਵਨ ਦੇ ਵਿੱਚ ਘਾਲਣਾ ਘਾਲੀ, ਕਦੀ ਵੀ ਤੁਸੀਂ ਇਤਿਹਾਸ ਪੜੋਗੇ, ਚੋਰੀ ਕਰਨ ਵਾਲੇ ਨੂੰ ਮਾਫ ਕਰ ਦਿੱਤਾ ਗਿਆ, ਬੁਰੀ ਮੱਤ ਰੱਖਣ ਵਾਲੇ ਨੂੰ ਮਾਫ ਕਰ ਦਿੱਤਾ ਗਿਆ। ਪਰ ਇੱਕ ਜਿਹੜੀ ਸਜ਼ਾ ਸੰਸਾਰ ਦੇ ਵਿੱਚ
ਜਿਹਨੂੰ ਸਜ਼ਾ ਨਹੀਂ ਮੰਨਿਆ ਜਾਂਦਾ ਉਹਦੀ ਜ਼ਮਾਨਤ ਕਰ ਦਿੱਤੀ ਜਾਂਦੀ ਹੈ। ਗੁਰੂ ਦਾ ਸਿੱਖ ਅਤੇ ਪੁਰਾਤਨ ਇਤਿਹਾਸ ਦੇ ਵਿੱਚ ਤੁਸੀਂ ਵੇਖ ਲਓ, ਜਿਸ ਇਨਸਾਨ ਨੇ ਜਬਰ ਜਨਾਹ ਕੀਤਾ ਹੋਵੇ ਉਸ ਦੀ ਕਦੀ ਵੀ ਸਜ਼ਾ ਮਾਫ ਨਹੀਂ ਹੋਈ, ਉਹਨੂੰ ਮੌਤ ਦੇ ਘਾਟ ਹੀ ਉਤਾਰਿਆ ਗਿਆ ਹੈ। ਜਦੋਂ ਵੀ ਇਤਿਹਾਸ ਪੜ੍ਹਦੇ ਹਾਂ ਅਸੀਂ, ਉਸ ਨੂੰ ਮੌਤ ਦੇ ਘਾਟ ਉਤਾਰਿਆ ਗਿਆ। ਜਿਹੜਾ ਪਰਾਏ ਸਰੀਰ ਦੇ ਨਾਲ ਜ਼ਬਰਦਸਤੀ ਕਰਦਾ ਹੈ ਉਸ ਨੂੰ ਕੋਈ ਮਾਫੀ ਨਹੀਂ ਹੈ। ਧੰਨ ਧੰਨ ਬਾਬਾ ਦੀਪ ਸਿੰਘ ਜੀ ਜਦੋਂ ਦਮਦਮਾ ਸਾਹਿਬ ਦੀ ਧਰਤੀ ਦੇ ਉੱਪਰ ਮੌਜੂਦ ਨੇ, ਉਸ ਸਮੇਂ ਦੇ ਵਿੱਚ ਕਹਿੰਦੇ ਨੇ ਇੱਕ ਕਰਮਚੰਦ ਜਿਹੜਾ ਕਿ ਆਪਣੇ ਪੁੱਤਰ ਪਤਨੀ ਧੀ ਅਤੇ ਨੌਂ ਦੇ ਨਾਲ ਕਿਸੇ ਪ੍ਰੋਗਰਾਮ ਤੇ ਜਾ ਰਿਹਾ ਸੀ, ਵਿਆਹ ਸ਼ਾਦੀ ਵੱਲ ਜਾ ਰਿਹਾ ਸੀ। ਤੇ ਕਹਿੰਦੇ ਉਥੇ ਇੱਕ ਨਾਸਰਦੀਨ ਜਿਹੜਾ ਹੈ ਉਹ ਅਹਿਲਕਾਰ ਜਿਹੜਾ ਉਹ ਰਹਿੰਦਾ ਸੀ ਤੇ ਉਹਦਾ ਕਾਫੀ ਦਬਦਬਾ ਸੀ। ਉਹਦੇ ਅਹਿਲਕਾਰ ਜਿਹੜੇ ਉਹਦੇ ਬੰਦੇ ਨੇ ਨਾ, ਉਹ ਕਰਮਚੰਦ ਦੀ ਬੇਟੀ ਅਤੇ ਉਹਨਾਂ ਦੀ ਨੌਂ ਨੂੰ ਚੁੱਕ ਕੇ ਲੈ ਜਾਂਦੇ ਨੇ। ਮੁੰਡੇ ਨੂੰ ਕਰ ਦਿੱਤਾ, ਬੱਚੇ ਨੂੰ ਖਤਮ ਕਰ ਦਿੱਤਾ ਜਾਂਦਾ ਹੈ। ਤੇ ਜਿਹੜਾ ਕਰਮਚੰਦ ਹੈ ਉਹਦੇ ਸਰੀਰ ਦੇ ਉੱਪਰ ਕਾਫੀ ਜ਼ਿਆਦਾ ਫੱਟ ਲਾ ਕੇ ਉਹਨੂੰ ਮਾਰਿਆ ਕੁੱਟਿਆ ਜਾਂਦਾ ਹੈ। ਇਹ ਕਰਮਚੰਦ ਆਪਣੀ ਪਤਨੀ ਨੂੰ ਲੈ ਕੇ ਬਾਬਾ ਦੀਪ ਸਿੰਘ ਜੀ ਦੇ ਕੋਲ ਦਮਦਮਾ ਸਾਹਿਬ ਦੀ ਧਰਤੀ ਦੇ ਉੱਪਰ ਜਾਂਦੇ ਨੇ। ਦੇਖੋ, ਜਦੋਂ ਬੰਦਾ ਨਾਮ ਜਪਦਾ ਹੈ ਨਾ, ਤੇ ਨਾਮ ਜਪਣ ਦੇ ਨਾਲ ਨਾਲ ਉਹਨੂੰ ਇਹ ਸੋਝੀ ਵੀ ਆ ਜਾਂਦੀ ਹੈ ਕਿ ਦੁਨੀਆ ਦੇ ਵਿੱਚ ਜੇ ਪਰਮਾਤਮਾ ਦਾ ਨਾਮ ਜਪਣਾ ਨਾ, ਤੇ ਉਹਦੇ ਲਈ ਵਿਸ਼ਵਾਸ ਹੋਣਾ ਬਹੁਤ ਜ਼ਰੂਰੀ ਹੈ। ਪਰਮਾਤਮਾ ਦੇ ਉੱਤੇ ਭਰੋਸਾ ਹੋਣਾ ਬਹੁਤ ਜ਼ਰੂਰੀ ਹੈ। ਜੇ ਭਰੋਸਾ ਨਹੀਂ ਹੈ, ਵਿਸ਼ਵਾਸ ਨਹੀਂ ਹੈ, ਤੇ ਕੇਵਲ ਉਹਦੀਆਂ ਸਿਫਤਾਂ ਕਰੀ ਜਾਣੀਆਂ ਕਾਫੀ ਨਹੀਂ ਹਨ। ਜੇ ਭਰੋਸਾ ਹੋਵੇਗਾ ਤੇ ਉਦੋਂ ਹੀ ਪਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ। ਪੂਰਨ ਭਰੋਸਾ, ਤੇ ਪੂਰਨ ਭਰੋਸਾ ਕਰਕੇ ਕਰਮਚੰਦ ਬਾਬਾ ਦੀਪ ਸਿੰਘ ਜੀ ਦੇ ਕੋਲ ਪਹੁੰਚਦੇ ਨੇ। ਜਾ ਕੇ ਬੇਨਤੀ ਕਰਦੇ ਨੇ, ਦੀਵਾਨ ਸੱਜਿਆ ਹੋਇਆ, ਸੱਜੇ ਦੀਵਾਨ ਦੇ ਵਿੱਚ ਬੇਨਤੀ ਕੀਤੀ, ਬਾਬਾ ਇਸ ਤਰੀਕੇ ਦੇ ਨਾਲ ਮੇਰੀ ਬੇਟੀ ਅਤੇ ਨੌਂ ਨੂੰ ਨਾਸਰਦੀਨ ਦੇ ਕੁਝ ਸਿਪਾਹੀ ਫੜ ਕੇ ਲੈ ਗਏ ਨੇ, ਪੁੱਤਰ ਖਤਮ ਕਰ ਦਿੱਤਾ ਹੈ, ਤੇ ਤੁਹਾਡੇ ਤੋਂ ਬਿਨਾ ਮੇਰੀ ਬਾਹ ਫੜਨ ਵਾਲਾ ਕੋਈ ਨਹੀਂ ਹੈ। ਬਾਬਾ ਦੀਪ ਸਿੰਘ ਜੀ ਨੇ ਉੱਥੇ ਚੱਲਦੇ ਦੀਵਾਨਾਂ ਨੂੰ ਸਮਾਪਤ ਕਰਵਾਇਆ ਤੇ ਉਥੋਂ ਚੱਲ ਕੇ ਫਿਰ ਇਹ ਨਾਸਰਦੀਨ ਦੇ ਜਿਹੜੀ ਹਵੇਲੀ ਸੀ ਉੱਥੇ ਪਹੁੰਚੇ ਨੇ। ਜਦੋਂ ਉੱਥੇ ਪਹੁੰਚੇ ਤੇ ਹਵੇਲੀ ਨੂੰ ਘੇਰਾ ਪਾ ਲਿਆ ਤੇ ਅੰਦਰ ਇੱਕ ਸੁਨੇਹਾ ਭੇਜਿਆ। ਉਹ ਲਲਕਾਰ ਕਿਹੋ ਜੀ ਹੋਵੇਗੀ ਜਿਹੜੀ ਨਾਸਰਦੀਨ ਵਰਗੇ ਨੂੰ ਹਿਲਾ ਸਕਦੀ? ਬਾਬਾ ਦੀਪ ਸਿੰਘ ਜੀ ਦਾ ਸੁਨੇਹਾ ਸੀ ਕਿ ਜੇ ਦੋ ਬੇਟੀਆਂ ਜਿਹੜੀਆਂ ਤੇਰੇ ਘਰ ਦੇ ਵਿੱਚ ਤੂੰ ਲੈ ਕੇ ਆਇਆ, ਹਵੇਲੀ ਦੇ ਵਿੱਚ ਲੈ ਕੇ ਆਇਆ ਹੈ, ਜੇ ਉਹਨਾਂ ਦੇ ਨਾਲ ਕੁਝ ਬੁਰਾ ਹੋਇਆ ਜਾਂ ਉਹਨਾਂ ਦੇ ਨਾਲ ਸਰੀਰ ਨੂੰ ਕੁਝ ਬੁਰਾ ਕਰਮ ਕਰਦਿਆ ਕੀਤਾ ਹੋਇਆ ਤੇ ਤੇਰੀ ਹਵੇਲੀ ਨੂੰ ਢਹਿ ਢੇਰੀ ਕਰ ਦਿੱਤਾ ਜਾਵੇਗਾ। ਇਸ ਕਰਕੇ ਕੈਦ ਕੀਤੀਆਂ ਬੇਟੀਆਂ ਨੂੰ ਰਿਹਾ ਕਰ ਦੇ, ਬਾਹਰ ਭੇਜ ਦੇ। ਜਦੋਂ ਇਹ ਸੁਨੇਹਾ ਭੇਜਿਆ, ਨਾਸਰਦੀਨ ਤੇ ਇਹਦੀ ਪਤਨੀ ਦੋਵੇਂ ਹੀ ਬਾਹਰ ਆਉਂਦੇ ਨੇ। ਤੇ ਨਾਸਰਦੀਨ ਦੀ ਜਿਹੜੀ ਪਤਨੀ ਹੈ ਬਾਬਾ ਦੀਪ ਸਿੰਘ ਜੀ ਨੂੰ ਪਾਪਾ ਕਹਿ ਕੇ ਨਿਵਾਜਦੀ ਹੈ। ਪਾਪਾ ਕਹਿ ਕੇ ਨਿਵਾਜਦੀ ਹੈ ਕਿ ਇਹ ਬਜ਼ੁਰਗੋ, ਇਸ ਨਾਸਰਦੀਨ ਦੇ ਸਿਪਾਹੀਆਂ ਦੇ ਕੋਲੋਂ ਬਹੁਤ ਵੱਡੀ ਗਲਤੀ ਹੋ ਗਈ ਹੈ, ਪਰ ਅਸੀਂ ਉਹਨਾਂ ਬੇਟੀਆਂ ਨੂੰ ਬਿਲਕੁਲ ਸੁਰੱਖਿਅਤ ਤਰੀਕੇ ਦੇ ਨਾਲ ਰੱਖਿਆ ਹੋਇਆ ਹੈ, ਤੇ ਜਿਨ੍ਹਾਂ ਨੇ ਇਹ ਕਰਮ ਕੀਤਾ ਹੈ, ਇਹਨਾਂ ਨੂੰ ਲੈ ਕੇ ਆਂਦਾ ਹੈ, ਉਹਨਾਂ ਨੂੰ ਕੁੱਟਮਾਰ ਕਰਕੇ ਅਸੀਂ ਕਾਲ ਕੋਠੜੀ 'ਚ ਬੰਦ ਕੀਤਾ ਹੈ। ਤੇ ਜੇ ਸਾਡੇ ਤੇ ਭਰੋਸਾ ਨਹੀਂ ਹੈ, ਜਾ ਕੇ ਉਹਨਾਂ ਬੱਚੀਆਂ ਦੇ ਕੋਲੋਂ ਪੁੱਛ ਲਵੋ। ਜਦੋਂ ਇੰਨੀ ਗੱਲ ਦੋਵਾਂ ਜੀਆਂ ਨੇ ਆਖੀ, ਬਾਬਾ ਦੀਪ ਸਿੰਘ ਜੀ ਨੇ ਉਹਨਾਂ ਬੇਟੀਆਂ ਨੂੰ ਬੁਲਾਇਆ ਤੇ ਪੁੱਛਿਆ, ਤੇ ਉਹਨਾਂ ਨੇ ਬਿਲਕੁਲ ਸਹੀ ਜਵਾਬ ਦਿੱਤਾ ਕਿ ਸਾਨੂੰ ਬਿਲਕੁਲ ਸਾਫ਼ ਤਰੀਕੇ ਨਾਲ ਰੱਖਿਆ ਗਿਆ ਹੈ। ਇਸ ਤਰੀਕੇ ਦੇ ਨਾਲ ਬਾਬਾ ਦੀਪ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੁਆਰਾ ਇਸ ਕਰਮ ਨੂੰ ਨਿਭਾਇਆ। ਇਸ ਤਰੀਕੇ ਦੇ ਨਾਲ ਜਦੋਂ ਬਾਬਾ ਦੀਪ ਸਿੰਘ ਜੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਉੱਪਰ ਅਹਿਮਦ ਸ਼ਾਹ ਅਬਦਾਲੀ ਦਾ ਜਿਹੜਾ ਲੜਕਾ ਹੈ ਤੈਮੂਰ, ਉਹ ਅਤੇ ਇੱਕ ਜਹਾਨ ਖਾਨ ਆਣ ਕੇ ਚੜ੍ਹਦੇ ਨੇ, ਸਰੋਵਰ ਨੂੰ ਪੂਰ ਦਿੱਤਾ ਜਾਂਦਾ ਹੈ। ਉਦੋਂ ਅਮਾਨ ਖਾਨ ਇੱਕ ਸਿਪਾਹੀ ਹੈ, ਇੱਕ ਅਹਿਲਕਾਰ ਜਰਨੈਲ ਹੈ, ਉਹ ਬਾਬਾ ਦੀਪ ਸਿੰਘ ਜੀ ਦਾ ਮੁਕਾਬਲਾ ਕਰਨ ਵਾਸਤੇ ਅੱਗੇ ਵੱਧਦਾ ਹੈ। ਤੇ ਬਾਬਾ ਦੀਪ ਸਿੰਘ ਜੀ ਨੂੰ ਕਹਿੰਦਾ ਹੈ, ਕਹਿੰਦਾ ਬਜ਼ੁਰਗਾ,
ਇਸ ਉਮਰ ਦੇ ਵਿੱਚ ਲੋਕੀ ਬੈਠ ਕੇ ਘਰ ਦੇ ਵਿੱਚ ਇਹ ਸੋਚਦੇ ਨੇ ਕਿ ਮੇਰਾ ਧੀ ਪੁੱਤਰ ਜਵਾਨ ਹੋਏਗਾ ਤੇ ਮੈਂ ਬੈਠ ਕੇ ਖਾ ਸਕਦਾ ਹੈ, ਮੈਂ ਬੈਠ ਕੇ ਭੋਜਨ ਛਕਾਂਗਾ, ਤੇ ਕਿਉਂ ਆਪਣੀ ਜਾਨ ਨੂੰ ਗਵਾਉਣਾ ਹੈ। ਇੱਕ 35 ਸਾਲਾਂ ਦਾ ਨੌਜਵਾਨ 75 ਸਾਲਾਂ ਦੇ ਬਜ਼ੁਰਗ ਨੂੰ ਲਲਕਾਰਾ ਮਾਰਦਾ ਹੈ, ਕਿਉਂ ਆਪਣੀ ਜਾਨ ਗਵਾਉਣਾ ਹੈ। ਪਰ ਬਾਬਾ ਦੀਪ ਸਿੰਘ ਜੀ ਕਹਿਣ ਲੱਗੇ ਮੈਨੂੰ ਜਾਨ ਪਿਆਰੀ ਨਹੀਂ ਹੈ, ਪਰ ਜਿਸ ਅਕਾਲ ਪੁਰਖ ਪਰਮਾਤਮਾ ਜੀ ਦੇ ਘਰ ਨੂੰ ਤੂੰ ਢਾ ਦਿੱਤਾ ਹੈ ਨਾ, ਜਿਸ ਸਰੋਵਰ ਨੂੰ ਪੂਰ ਦਿੱਤਾ ਹੈ, ਜਿਸ ਦੇ ਸ਼ਬਦ ਅੱਜ ਵੀ ਅਰਦਾਸ ਦੇ ਵਿੱਚ ਸ਼ਾਮਲ ਨੇ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਬਹੁਤ ਵੱਡੀ ਮਹਾਨਤਾ ਇਸ਼ਨਾਨਾਂ ਦੀ। ਇਸ਼ਨਾਨ ਕਰਨ ਤੋਂ ਰੋਕਿਆ ਜਾਂਦਾ ਸੀ, ਅੱਜ ਉਹ ਅਰਦਾਸ ਦੇ ਵਿੱਚ ਸ਼ਬਦ ਸ਼ਾਮਲ ਹਨ। ਤੇ ਬਾਬਾ ਦੀਪ ਸਿੰਘ ਜੀ ਕਹਿਣ ਲੱਗੇ ਮੈਂ ਇਹ ਅਰਦਾਸ ਕਰਕੇ ਆਇਆ ਹੈ ਕਿ ਮੈਂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਘਰ ਤੱਕ ਜਿੱਥੇ ਤੱਕ ਪਹੁੰਚ ਸਕਿਆ ਮੈਂ ਪਹੁੰਚ ਕੇ ਤਦੋਂ ਹੀ ਸਾਹ ਲਵਾਂਗਾ, ਉਸ ਤੋਂ ਪਹਿਲਾਂ ਮੈਂ ਕਦੀ ਵੀ ਪੈਰ ਪਿੱਛੇ ਨਹੀਂ ਪੁੱਟਾਂਗਾ। ਇਤਿਹਾਸ ਲਿਖਦਾ ਹੈ ਕਿ ਜਦੋਂ ਆਮਾਨ ਖਾਨ ਦਾ ਤੇ ਬਾਬਾ ਦੀਪ ਸਿੰਘ ਜੀ ਦਾ ਆਪਸ ਵਿੱਚ ਯੁੱਧ ਹੋਇਆ, ਦੋਵਾਂ ਦੇ ਆਪਸੀ ਇੱਕੋ ਜਿਹੇ ਵਾਰ ਚੱਲੇ ਤੇ ਆਮਾਨ ਖਾਨ ਦਾ ਸਿਰ ਤੇ ਬਾਬਾ ਦੀਪ ਸਿੰਘ ਜੀ ਦਾ ਸੀਸ ਜਿਹੜਾ ਹੈ ਉਹ ਧਰਤੀ ਉੱਪਰ ਡਿੱਗਦੇ ਹਨ। ਇੱਕ ਜਿਹੜਾ ਗੁਰੂ ਅੱਗੇ ਅਰਦਾਸ ਕਰਕੇ ਆਇਆ ਸੀ, ਮਹਾਰਾਜ ਤੇਰੀਆਂ ਪ੍ਰਕਰਮਾਂ ਤੋਂ ਪਹਿਲਾਂ, ਤੇਰੇ ਘਰ ਤੋਂ ਪਹਿਲਾਂ ਪਹੁੰਚਣ ਤੋਂ ਪਹਿਲਾਂ ਮੈਂ ਰੁਕਾਂਗਾ ਨਹੀਂ, ਤੇ ਇੱਕ ਉਹ ਸੀ ਜਿਹੜਾ ਕਹਿੰਦਾ ਸੀ ਮੈਂ ਇਹਨੂੰ ਪਹੁੰਚਣ ਨਹੀਂ ਦੇਣਾ। ਤੇ ਕਹਿੰਦੇ ਨੇ ਇੱਕ ਜਿਹੜਾ ਅਮਾਨ ਖਾਨ ਹੈ ਉਹ ਧਰਤੀ ਤੇ ਡਿੱਗਿਆ, 35 ਸਾਲਾਂ ਦਾ ਨੌਜਵਾਨ ਦੁਬਾਰਾ ਉੱਠਿਆ ਨਹੀਂ। ਕਹਿੰਦੇ ਇੰਨੇ ਨੂੰ ਲਾਗੇ ਇੱਕ ਸਿੱਖ ਸੀ, ਉਹਨੇ ਆਵਾਜ਼ ਦਿੱਤੀ ਬਾਬਾ ਅਰਦਾਸ ਕਰਕੇ ਆਇਆ ਸੈਂ ਕਿ ਹਰਮੰਦਰ ਨੂੰ ਆਜ਼ਾਦ ਕਰਾਉਣਾ ਏ, ਪਰ ਉੱਥੋਂ ਤੱਕ ਤਾਂ ਤੂੰ ਪਹੁੰਚ ਨਹੀਂ ਸਕਿਆ। ਬਾਬਾ ਜੀ ਨੇ ਕਹਿੰਦੇ ਨੇ ਆਪਣਾ ਸੀਸ ਜਿਹੜਾ ਹੈ ਨਾ, ਸਿਰ ਖੱਬੀ ਤਲੀ ਦੇ ਉੱਤੇ ਰੱਖ ਕੇ ਸੰਭਾਲਿਆ ਤੇ ਖੰਡੇ ਦੇ ਨਾਲ ਵੈਰੀਆਂ ਦੇ ਆਹੂ ਲਾਉਂਦੇ ਹੋਏ ਹਰਮੰਦਰ ਸਾਹਿਬ ਦੀਆਂ ਪ੍ਰਕਰਮਾਂ ਤੇ ਪਹੁੰਚ ਗਏ। ਤੇ ਜਿਹੜਾ ਵੈਰੀ ਦਲ ਹੈ ਉਹ ਕਹਿੰਦਾ ਇਹ ਤਾਂ ਜਿਉਂਦੇ ਨਹੀਂ ਸਾਂਭੇ ਜਾਂਦੇ, ਇਹ ਤਾਂ ਜਦੋਂ ਜਾਗਦੇ ਹੋਣ ਜਿਉਂਦੇ ਨਹੀਂ ਸਾਂਭੇ ਜਾਂਦੇ, ਪਰ ਇੱਥੇ ਤਾਂ ਮੁਰਦੇ ਵੀ ਲੜਦੇ ਨੇ। ਇਹਨਾਂ ਮੁਰਦਿਆਂ ਦੇ ਨਾਲ ਕੌਣ ਮੁਕਾਬਲਾ ਕਰੇ, ਸੀਸ ਲੱਥੇ ਤੋਂ ਵੀ ਲੜਦੇ ਨੇ। ਇੰਨੀ ਗੱਲ ਸੋਚਦੇ ਹੋਏ ਉਹ ਪਿਛਾਂਹ ਨੂੰ ਭੱਜ ਜਾਂਦੇ ਨੇ। ਵੇਖੋ ਜੇ ਇੱਕ ਇੰਨੀ ਵੱਡੀ ਕਿਰਪਾ ਹੋ ਸਕਦੀ ਹੈ, ਉਹਨਾਂ ਦੇ ਬਾਣੀ ਰਗ ਰਗ ਦੇ ਵਿੱਚ ਵੜੀ ਸੀ। ਜਿਵੇਂ 12 ਤੇ ਵਧੀਕ ਦੇ ਵਿੱਚ ਆਪਾਂ ਸ਼ਬਦ ਪੜ੍ਹਦੇ ਨਾ, ਗੁਰਮੁਖਾਂ ਕਰਾਂ ਉੱਪਰ ਹਰ ਚੇਤਿਆ। ਕਰਾਂ ਦਾ ਅਰਥ ਹੁੰਦਾ ਉਂਗਲਾਂ ਦੇ ਉੱਪਰ। ਰੱਬ ਦੇ ਨਾਮ ਨੂੰ ਗੁਰਮੁਖਾਂ ਨੇ ਉਂਗਲਾਂ ਦੇ ਉੱਤੇ ਰਟਿਆ ਹੋਇਆ ਹੈ, ਪਰਮਾਤਮਾ ਦੇ ਨਾਮ ਨੂੰ ਉਂਗਲਾਂ ਦੇ ਉੱਤੇ ਰਟਿਆ ਹੋਇਆ ਹੈ। ਇੰਨਾ ਜ਼ਿਆਦਾ ਬਾਣੀ ਦੇ ਨਾਲ ਪਿਆਰ ਹੈ ਤੇ ਉਹਨਾਂ ਦੇ ਅੰਦਰ ਤਾਂ ਹੀ ਭੈੜੀਆਂ ਮੱਤਾਂ ਦੁਰਮਤ ਦੂਰ ਹੋ ਸਕਦੀ ਹੈ ਜਦੋਂ ਬੰਦਾ ਸੁੱਖ ਤਿਆਗ ਕੇ ਤੇ ਅਕਾਲ ਪੁਰਖ ਪਰਮਾਤਮਾ ਜੀ ਦੇ ਨਾਮ ਨੂੰ ਜਪਦਾ ਹੈ। ਤਿਸੇ ਤਿਆਗ ਸੁਖ ਸਹਿਜੇ ਸੋਊ। ਤੇ ਸਤਿਗੁਰੂ ਜੀ ਕਹਿੰਦੇ ਨੇ ਜਾਏ ਪਰੋ ਸੰਤ ਸ਼ਰਨਾ, ਇਸ ਕਰਕੇ ਉਹਨਾਂ ਦੀ ਸ਼ਰਨ ਪਾਓ ਜਿਹੜੇ ਪਰਮਾਤਮਾ ਜੀ ਦੇ ਨਾਮ ਨੂੰ ਜਪਦੇ ਨੇ, ਜਿਹੜੇ ਪਰਮਾਤਮਾ ਜੀ ਦੇ ਨਾਮ ਨੂੰ ਸਿਮਰਦੇ ਹਨ। ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਿਹਦੇ ਨਾਲ ਸਾਰਾ ਸੰਸਾਰ ਜਿਹੜਾ ਹੈ ਉਹ ਤਰ ਜਾਂਦਾ ਹੈ, ਉਹਦਾ ਪਾਰ ਉਤਾਰਾ ਹੋ ਜਾਂਦਾ ਹੈ। ਜੇ ਆਸਰ ਇਹ ਭਵਜਲ ਤਰਿਆ, ਇਸ ਕਰਕੇ ਉਹਨਾਂ ਗੁਰਮੁਖਾਂ ਦੀ ਸ਼ਰਨ ਪਾਓ ਜਿਨ੍ਹਾਂ ਦੇ ਰਾਹੀਂ ਇਸ ਭਵਜਲ ਸੰਸਾਰ ਨੂੰ ਤਰਿਆ ਜਾ ਸਕਦਾ ਹੈ। ਮਾਰੇ ਕਹਿੰਦੇ ਜਈਆ ਜਨਮ ਨਾ ਆਵੇ ਸੋਊ। ਉਸ ਮਨੁੱਖ ਦਾ ਦੁਬਾਰਾ ਜਨਮ ਮਰਨ ਫਿਰ ਨਹੀਂ ਹੁੰਦਾ ਜਿਹੜਾ ਪਰਮਾਤਮਾ ਦੇ ਨਾਮ ਨੂੰ ਹਿਰਦੇ ਦੇ ਵਿੱਚ ਪਰੋ ਲੈਂਦਾ। ਏਕ ਨਾਮ ਲੈ ਮਨੇ ਪਰੋ, ਇੱਕ ਪਰਮਾਤਮਾ ਜੀ ਦੇ ਨਾਮ ਨੂੰ ਲੈ ਕੇ ਮਨ ਦੇ ਵਿੱਚ ਪਰੋ ਲੈਂਦਾ ਹੈ। ਪਰੋਣਾ ਦਾ ਸ਼ਬਦ ਆਪਾਂ ਅਰਥ ਸਮਝਦੇ ਹਾਂ, ਜਿਵੇਂ ਫੁੱਲ ਪਰੋਏ ਜਾਂਦੇ ਆ ਨਾ, ਇੱਕ ਧਾਗੇ ਦੇ ਵਿੱਚ ਫੁੱਲ ਪਰੋ ਦਿੱਤੇ ਜਾਂਦੇ ਨੇ, ਇਵੇਂ ਹਿਰਦੇ ਦੇ ਵਿੱਚ ਪਰਮਾਤਮਾ ਦਾ ਨਾਮ ਪਰੋ ਕੇ ਰੱਖ ਕਿ ਕਦੇ ਵੱਖਰਾ ਨਾ ਹੋਵੇ। ਹਰ ਵੇਲੇ ਪਰਮਾਤਮਾ ਦਾ ਨਾਮ ਤੇਰੇ ਹਿਰਦੇ ਦੇ ਵਿੱਚ ਟਿਕੇ। ਸਤਿਗੁਰੂ ਜੀ ਕਹਿੰਦੇ ਜਨਮ ਨਾ ਹਾਰੀਏ ਗੁਰ ਪੂਰੇ ਕੀ ਟੇਕ। ਜਦੋਂ ਟੇਕ ਦਾ ਅਰਥ ਹੁੰਦਾ ਆਸਰਾ, ਜਦੋਂ ਗੁਰੂ ਪੂਰੇ ਦੀ ਟੇਕ ਹੋਵੇ ਨਾ, ਆਸਰਾ ਹੋਵੇ ਨਾ, ਤੇ ਫਿਰ ਇਹ ਜਨਮ ਹਾਰ ਜਾਣਾ ਇਹ ਗੱਲ ਬਣਦੀ ਨਹੀਂ ਹੈ। ਗੁਰਪੂਰੇ ਕੀ ਟੇਕ, ਪੂਰੇ ਗੁਰੂ ਦਾ ਭਰੋਸਾ ਜਦੋਂ ਹੋਵੇ ਤੇ ਫਿਰ ਬੰਦਾ ਜਨਮ ਨੂੰ ਜਿੱਤ ਕੇ ਜਾਂਦਾ ਹੈ, ਹਾਰ ਕੇ ਨਹੀਂ ਜਾਂਦਾ। ਨਾਨਕ ਤੇ ਸੁਖ ਪਾਇਆ ਜਾ ਕੇ ਹੀ ਅਰੇ,
ਏਕ ਉਸ ਮਨੁੱਖ ਨੇ ਸੁਖ ਪ੍ਰਾਪਤ ਕਰ ਲਿਆ ਜਿਹਦੇ ਹਿਰਦੇ ਦੇ ਵਿੱਚ ਇੱਕ ਪਰਮਾਤਮਾ ਹੈ। ਜਿਸ ਹਿਰਦੇ ਦੇ ਵਿੱਚ ਇੱਕ ਪਰਮਾਤਮਾ ਜੀ ਦਾ ਨਾਮ ਟਿਕ ਗਿਆ। ਇਸ ਕਰਕੇ ਮਹਾਰਾਜ ਸਾਨੂੰ ਬਾਰ-ਬਾਰ ਇਹੀ ਸਮਝਾਉਂਦੇ ਨੇ, ਪਰਮਾਤਮਾ ਦੇ ਨਾਮ ਨੂੰ ਜਪ, ਹਰੇਕ ਵੇਲੇ ਹਰ ਵੇਲੇ ਸਿਮਰਨ ਕਰ, ਪਰਮਾਤਮਾ ਜੀ ਦਾ ਨਾਮ ਸਿਮਰਨ ਕਰ। ਜੇ ਤੂੰ ਸਿਮਰਨ ਕਰੇਗਾ ਨਾ, ਵੇਖ ਪਰਮਾਤਮਾ ਦੇ ਘਰ ਦੇ ਵਿੱਚ ਭਗਤੀ ਦੇ ਭੰਡਾਰ ਭਰੇ ਪਏ ਨੇ, ਤੇ ਉਸ ਭਗਤੀ ਦੇ ਭੰਡਾਰਾਂ ਵਿੱਚੋਂ ਜਾ ਕੇ ਤੂੰ ਵੀ ਖਜ਼ਾਨੇ ਨੂੰ ਲੁੱਟ ਲੈ, ਤੂੰ ਵੀ ਪਰਮਾਤਮਾ ਜੀ ਦੇ ਨਾਮ ਦਾ ਸਿਮਰਨ ਕਰ ਲੈ। ਪਰ ਜੇ ਬੰਦਾ ਆਖੇ ਮਹਾਰਾਜ ਸਮਾਂ ਨਹੀਂ ਹੈ, ਇਸੇ ਕਰਕੇ ਤਾਂ ਰੱਬ ਦੀ ਭਗਤੀ ਔਖੀ ਹੈ, ਸਮੇਂ ਚੋਂ ਸਮਾਂ ਕੱਢ ਕੇ ਸਿਮਰਨ ਕਰਨਾ ਪੈਂਦਾ ਹੈ। ਸਮੇਂ ਚੋਂ ਸਮਾਂ ਕੱਢ ਕੇ ਅਕਾਲ ਪੁਰਖ ਪਰਮਾਤਮਾ ਜੀ ਦੀ ਬੰਦਗੀ ਕਰਨੀ ਪੈਂਦੀ ਹੈ। ਵੇਖੋ ਅਜਿਹੇ ਵੀ ਨੇ ਬਾਬਾ ਦੀਪ ਸਿੰਘ ਜੀ ਵਰਗੇ, ਭਾਈ ਮਣੀ ਸਿੰਘ ਜੀ ਵਰਗੇ, ਭਾਈ ਦਿਆਲ ਸਿੰਘ ਜੀ ਵਰਗੇ, ਜਿਨ੍ਹਾਂ ਨੇ ਪੂਰੀ ਉਮਰ ਆਪ ਦੀ ਗੁਰੂ ਦੇ ਲੇਖੇ ਲਾ ਦਿੱਤੀ, ਸਾਰਾ ਜੀਵਨ ਗੁਰੂ ਦੇ ਲੇਖੇ ਲਾ ਦਿੱਤਾ। ਤੇ ਪਰ ਸਾਡੇ ਕੋਲੋਂ ਅਕਾਲ ਪੁਰਖ ਪਰਮਾਤਮਾ ਦਾ ਨਾਮ ਸਭ ਕੁਝ ਹੁੰਦਿਆਂ ਹੋਇਆਂ ਵੀ ਅਸੀਂ ਵਾਹਿਗੁਰੂ ਦਾ ਨਾਮ ਨਹੀਂ ਜਪ ਸਕਦੇ, ਪਰਮਾਤਮਾ ਦੀ ਬੰਦਗੀ ਨਹੀਂ ਕਰ ਸਕਦੇ। ਕਿਉਂ? ਕਿਉਂਕਿ ਸਾਡੇ ਅੰਦਰ ਦੋ ਗੱਲਾਂ ਹਨ। ਜੇ ਸਾਡੇ ਅੰਦਰ ਤ੍ਰਿਸ਼ਨਾ ਹੈ ਤਾਂ ਪਰਮਾਤਮਾ ਦਾ ਨਾਮ ਨਹੀਂ ਟਿਕੇਗਾ, ਤੇ ਜੇ ਸਾਨੂੰ ਭਰੋਸਾ ਹੈ ਤੇ ਸਾਨੂੰ ਇਹ ਪੂਰਨ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਜਿਸ ਪਰਮਾਤਮਾ ਨੇ ਸਾਨੂੰ ਸੰਸਾਰ ਦੇ ਵਿੱਚ ਭੇਜਿਆ ਹੈ ਉਹ ਸਾਡਾ ਇੰਤਜ਼ਾਮ ਵੀ ਕਰੇਗਾ। ਅਸੀਂ ਹਰ ਰੋਜ਼ ਰਹਿਰਾਜ ਸਾਹਿਬ ਜੀ ਦੀ ਬਾਣੀ ਦੇ ਵਿੱਚ ਪੜ੍ਹਦੇ ਹਾਂ, ਕਾਹੇ ਰੇ ਮਨ ਚਿਤਵਹਿ ਉਦਮ ਜਾਂ ਆਹਰ ਹਰ ਜੀਉ ਪਰਿਆ ਸੈਲ ਪੱਥਰ ਮੈਂ ਜਨ ਤਿਉ ਪਾਏ ਤਾ ਕਾ ਰਿਜ਼ਕ ਆਗੇ ਕਰ ਧਰਿਆ। ਕਿ ਸੈਲ ਦੇ ਵਿੱਚ, ਪੱਥਰਾਂ ਦੇ ਵਿੱਚ, ਸਿੱਲ ਦੇ ਵਿੱਚ ਜੰਤੂ ਪੈਦਾ ਕਰਕੇ, ਜੀਵ ਪੈਦਾ ਕਰਕੇ ਉਹਨਾਂ ਦਾ ਰਿਜ਼ਕ ਉਹਨਾਂ ਨੂੰ ਪਹੁੰਚਾ ਦਿੱਤਾ, ਉੱਥੇ ਉਹਨਾਂ ਨੂੰ ਦੇ ਦਿੱਤਾ। ਪਰ ਜਿਹੜੀ ਮਨੁੱਖ ਦੇ ਅੰਦਰ ਦੀ ਤ੍ਰਿਸ਼ਨਾ ਹੈ ਉਹ ਵੱਧਦੀ ਪਤਾ ਕਿਉਂ ਹੈ? ਉਹ ਚਾਹੁੰਦਾ ਹੈ ਕਿ ਦੁਨੀਆ ਦਾ ਰਾਜਾ ਮੈਂ ਹੋਵਾਂ, ਦੁਨੀਆ ਦਾ ਰਾਜ ਭਾਗ ਮੇਰੇ ਕੋਲ ਹੋਵੇ। ਪਰ ਇਸੇ ਰਾਜ ਭਾਗ ਦੇ ਚੱਕਰ ਦੇ ਵਿੱਚ ਆਪਣੀ ਜੀਵਨ ਦੀਆਂ ਇਹਨਾਂ ਅਮੋਲਕ ਘੜੀਆਂ ਨੂੰ ਤ੍ਰਿਸ਼ਨਾ ਦੇ ਵਿੱਚ ਸਾੜ ਦਿੰਦਾ ਹੈ, ਵਿਕਾਰਾਂ ਦੇ ਵਿੱਚ ਸਾੜ ਦਿੰਦਾ ਹੈ, ਆਪਣੀ ਸ਼ੋਭਾ ਦੇ ਚੱਕਰ ਦੇ ਵਿੱਚ ਸਾੜ ਦਿੰਦਾ ਹੈ। ਇਸ ਕਰਕੇ ਜੇ ਆਪ ਦੀ ਸ਼ੋਭਾ ਚਾਹੁੰਦੇ ਆ, ਪਰਮਾਤਮਾ ਦਾ ਨਾਮ ਜਪੀਏ, ਅਕਾਲ ਪੁਰਖ ਪਰਮਾਤਮਾ ਜੀ ਦੀ ਬੰਦਗੀ ਕਰੀਏ। ਮਹਾਰਾਜ ਕਹਿੰਦੇ ਨੇ ਦੁੱਖ ਤਦੋਂ ਹੀ ਖਤਮ ਹੋਣਗੇ ਜਦੋਂ ਪਰਮਾਤਮਾ ਦੇ ਨਾਮ ਦੀ ਭੁੱਖ ਲੱਗੇਗੀ। ਸਾਚੇ ਨਾਮ ਕੀ ਲਾਗੇ ਭੂਖ, ਉਤ ਭੁਖੈ ਖਾਏ ਚੱਲੀਏ ਦੁੱਖ। ਜਿਵੇਂ ਰੋਟੀ ਖਾਣ ਨਾਲ ਭੁੱਖ ਮਰ ਜਾਂਦੀ ਹੈ ਨਾ, ਇਵੇਂ ਪਰਮਾਤਮਾ ਦਾ ਨਾਮ ਜਪਣ ਦੇ ਨਾਲ ਦੁੱਖ ਮਰ ਜਾਂਦੇ ਨੇ। ਜਦੋਂ ਪਰਮਾਤਮਾ ਦਾ ਨਾਮ ਸਾਡੇ ਅੰਦਰ ਪਿਆਸ ਬਣ ਕੇ, ਪਰਮਾਤਮਾ ਦਾ ਨਾਮ ਸਾਡੇ ਹਿਰਦੇ ਦੇ ਵਿੱਚ ਟਿਕੇਗਾ, ਜਦੋਂ ਪਿਆਸ ਲੱਗੇਗੀ ਉਦੋਂ ਦੌੜ ਕਰਾਂਗੇ। ਸਮਝ ਲੈਣਾ ਚਾਹੀਦਾ ਕਿ ਦੁੱਖ ਕੱਟੇ ਜਾ ਰਹੇ ਹਨ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਖਿਮਾ ਕਰਨੀਆਂ। ਗੁਰੂ ਸਾਹਿਬ ਸਭ ਨੂੰ ਦੇਹ ਅਰੋਗਤਾ ਦੀਆਂ ਦਾਤਾਂ, ਚੜ੍ਹਦੀ ਕਲਾ ਦਾ ਜੀਵਨ ਬਖਸ਼ਿਸ਼ ਕਰਨ ਜੀ। ਪਿਆਰ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। चला निराली चला निराली भक्तां केरी विक्रम मार्ग चलना भक्तां की चाल निराली भक्तां की चाल निराली भक्तां की चाल। ਸਿੰਘ ਰੈਕਾਰਡਸ ਦਾ ਧਾਰਮਿਕ ਉਪਰਾਲਾ। ਗੁਰ ਹੋਏ ਦਇਆਲ ਨਾ ਕਬਹੂ ਚੂਰੀਐ